ਸਫਲ तना के कामा मेरे राम हर जन कह हाँ बल जाई ईर्षा का कर चबर ढुलावा चरण तोर मुख लाई जन्म मरण दो मैं नाही जन पर पुकारी आए जी दान दे भक्ति लायन आरसों लैन मलाए सच्चा अमर सच्ची पातशाही सच्चे से तीराते सच्चा सुख सच्ची वड्याई जिसके से तिन जाते पक्का फेरी पानी ढुमवा हर जल कै पीसन पीस कमावा नानक की प्रभ पास बेनंती तेरे जन देखन पावा वाहिगुरु पाप करे हर संत तुम्हारे सतगुਰਾਂ ਦੀ ਸਾਡੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਸਨ ਦੀ ਕਾਫੀ ਸਮੇਂ ਤੋਂ ਸਤਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਹਰੀ ਰਸ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਕੀਮਤੀ ਬਣਾ ਰਹੇ ਹੋ। ਕੁਝ ਸਮਾਂ ਹੋਰ ਆਪਾਂ ਗੁਰੂ ਚਰਨਾਂ ਵਿੱਚ ਬੈਠਣਾ ਹੈ। ਸਿੱਧਾ ਪੁਰਖਾਂ ਦੀਆਂ ਵਡਿਆਈਆਂ ਕਰਕੇ ਅਤੇ ਸੁਣ ਕੇ अपने समय श्वासा ਆਪਾਂ ਲਿਖੇ ਚਲਾਉਣਾ है। सारी संगत अपनी रचना पवित्र करो जी। गज वज के फतेह बुलाओ। वाहिगुरू जी का खालसा वाहिगुरू जी की
ਛਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੇਠ ਸਤਿਕਾਰਯੋਗ ਬਾਬਾ ਹਰੀ ਸਿੰਘ ਜੀ, ਬਾਬਾ ਜੰਗ ਸਿੰਘ ਜੀ ਨੇ ਆਪਣੇ ਵਡੇਰਿਆਂ ਦੀ ਪੁਰਖਿਆਂ ਦੀ ਯਾਦ ਮਨਾਉਣ ਵਾਸਤੇ ਕਈ ਰੋਜ਼ ਤੋਂ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਸ੍ਰੀ ਅਖੰਡ ਪਾਠ ਸਾਹਿਬ ਇੱਕ ਦਿਨ ਕਥਾ ਕੀਰਤਨ ਦਾ ਸਮਾਗਮ ਪ੍ਰੋਗਰਾਮ ਰੱਖਿਆ ਹੈ। ਭਾਵੇਂ ਸੰਗਤ ਭਰੀ ਮਾਤ ਜਾਣਦੀ ਹੈ, ਕੀ ਪੋਸਟਰ ਨਹੀਂ ਛਪਾਏ, ਬੋਰਡ ਨਹੀਂ ਲਾਏ, ਅਨਾਉਂਸਮੈਂਟ ਨਹੀਂ ਕੀਤੀ, ਐਡ ਨਹੀਂ ਕੀਤੀ, ਕਿਉਂਕਿ ਸਾਰੇ ਸੰਸਾਰ ਦੇ ਵਿੱਚ ਦੁਖਾਂਤ ਵਾਪਰਿਆ ਹੋਇਆ ਹੈ। ਬਹੁਤਾ ਇਕੱਠਾ ਆਪਾਂ ਨਹੀਂ ਕਰ ਸਕਦੇ। ਸੰਗਤ ਨੂੰ ਬੇਨਤੀ ਹੈ, ਕਾਫੀ ਜਗ੍ਹਾ ਦਰਬਾਰ ਸਾਹਿਬ ਦੇ ਵਿੱਚ ਥੋੜ੍ਹੀ ਦੂਰੀ ਰੱਖ ਕੇ ਬੈਠਣਾ ਹੈ। ਬਰਾਂਡੇ 'ਚ ਵੀ ਬੈਠ ਸਕਦੇ ਹਾਂ ਆਪਾਂ। ਭਾਵੇਂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਵਚਨ ਹੈ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਬਾਣੀ ਸੁਣ ਕੇ ਤਾਂ ਦੁੱਖ ਰੋਗ ਸੰਤਾਪ ਸਾਰੇ ਉਤਰ ਜਾਂਦੇ। ਇੱਥੇ ਕਿਸੇ ਨੂੰ ਲੱਗਣਾ ਤਾਂ ਕੀ ਹੈ, ਇੱਥੇ ਤਾਂ ਉਤਰਦੇ ਨੇ, ਦੂਰ ਹੁੰਦੇ। ਪਰ ਫਿਰ ਵੀ ਮਰ ਦਾ ਹੁਕਮ ਹੈ, ਗਲਤ ਵਿਚਾਰੇ ਸੋ ਬੰਦਾ ਹੋਏ। ਜੈਸਾ ਸਮਾਂ ਵਿਚਾਰਨਾ ਹੈ। ਧੰਨ ਧੰਨ ਬ੍ਰਹਮ ਗਿਆਨੀ, ਬ੍ਰਹਮ ਭਗਤਾ, ਬ੍ਰਹਮ ਸਰੋਤਰੀ, ਬ੍ਰਹਮ ਨਿਸ਼ਟੀ, ਬ੍ਰਹਮ ਗਿਆਨੀ ਬਣਾਉਣ ਵਾਲੇ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਅਤੇ ਬਾਬਾ ਨਾਥ ਸਿੰਘ ਜੀ ਮਹਾਰਾਜ ਕਰਨੀ ਕਥਨੀ ਦੇ ਪੂਰੇ ਸੂਰੇ ਬਚਨ ਕੀ ਬਣੀ, ਉਹਨਾਂ ਦੀ ਸਾਲਾਨਾ ਯਾਦ ਮਨਾਉਣ ਵਾਸਤੇ ਇਹ ਸਮਾਗਮ ਹਰ ਸਾਲ ਸੰਗਤਾਂ ਦੇ ਭਲੇ ਵਾਸਤੇ ਰੱਖਿਆ ਜਾਂਦਾ ਹੈ। ਸਾਧ ਸੰਗਤ ਇੱਕ ਨਾਮ ਰੱਖਿਆ ਆਪਾਂ, ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਅਤੇ ਬਾਬਾ ਨਾਥ ਸਿੰਘ ਜੀ ਮਹਾਰਾਜ ਦੀ ਯਾਦ ਮਨਾਈ ਜਾ ਰਹੀ। ਇੱਕ ਨਾਮ ਰੱਖਿਆ ਬਸ। ਗੁਰਬਾਣੀ ਦੇ ਅਖੰਡ ਪਾਠ ਸਾਹਿਬ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ, ਗੁਰਮਤਿ ਦੀ ਵਿਚਾਰ, ਗੁਰੂ ਕੇ ਲੰਗਰ, ਕਾਰਜ ਸਾਰਾ ਗੁਰੂ ਦੇ ਹੁਕਮ ਅਨੁਸਾਰ ਹੋ ਰਿਹਾ। ਪਰ ਕਈਆਂ ਨੂੰ ਇਹ ਗੱਲ ਵੀ ਨਹੀਂ ਭਾਉਂਦੀ, ਇਹ ਵੀ ਨਹੀਂ ਚੰਗੀ ਲੱਗਦੀ। ਉਹ ਕਹਿੰਦੇ ਸੰਤਾਂ ਦੀ ਯਾਦਾਂ ਮਨਾਉਂਦੇ ਨੇ, ਗੁਰੂਆਂ ਦੇ ਗੁਰਪੁਰਬ ਨਹੀਂ ਮਨਾਉਂਦੇ। ਜਾਂ ਫਿਰ ਉਹ ਕੱਲਾ ਦੇਖਦੇ ਹੀ ਹੁਣ ਜਿਵੇਂ ਸੰਤਾਂ ਦੀ ਯਾਦ ਮਨਾਈ ਹੈ, ਗੁਰਪੁਰਬ ਕਦੇ ਨਾ ਦੇਖੇ ਹੀ ਨਹੀਂ। ਜਿੰਨੇ ਗੁਰੂ ਘਰ ਦੇ ਮਹਾਂਪੁਰਸ਼ ਨੇ, ਅਸੀਂ ਉਹਨਾਂ ਦੀ ਗੱਲ ਕਰਦੇ ਹਾਂ, ਅਨਮਤੀਏ ਵੀ ਹੈਗੇ ਨੇ, ਸਾਰੇ ਗੁਰੂਆਂ ਦੇ ਗੁਰਪੁਰਬ ਮਨਾਉਂਦੇ, ਸਾਰੇ ਗੁਰੂਆਂ ਦੇ। ਬੇਨਤੀ ਕਰੀਏ ਮਹਾਂਪੁਰਸ਼ਾਂ ਦੀ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਕਿਸੇ ਰੱਬ ਦੀ ਯਾਦ ਮਨਾਇਆ ਤੇ ਰੱਬ ਚੇਤੇ ਆਉਂਦਾ ਹੈ। ਕਿਸੇ ਗੁਰਮੁਖ ਨੂੰ ਦੇਖ ਕੇ ਗੁਰੂ ਯਾਦ ਆ ਜਾਂਦਾ ਹੈ। ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿਠੀਆਂ। ਗੁਰੂ ਦਾ ਸਿੱਖ ਤੁਰਿਆ ਹੁੰਦਾ, ਭਾਵੇਂ ਉਹਨੂੰ ਨਾ ਹੀ ਬੁਲਾਈਏ, ਆਪਾਂ ਮਨ ਚ ਆ ਜਾਂਦਾ ਗੁਰੂ ਕਾ ਸਿੱਖ ਆ ਰਿਹਾ। ਪਹਿਲਾਂ ਗੁਰੂ ਚੇਤੇ ਆਉਂਦਾ ਤੇ ਫਿਰ ਸਿੱਖ ਚੇਤੇ ਆਉਂਦਾ। ਤੇ ਜਦੋਂ ਕੋਈ ਰੱਬ ਦਾ ਪਿਆਰਾ ਉਹਦੇ ਦਰਸ਼ਨ ਹੁੰਦੇ ਆ ਤਾਂ ਫਿਰ ਪਰਮਾਤਮਾ ਚੇਤੇ ਆਉਂਦਾ।
ਜਦੋਂ ਆਪਾਂ ਕਿਸੇ ਰੱਬ ਦੇ ਪਿਆਰੇ ਦੀਆਂ ਕਥਾ ਕਹਾਣੀਆਂ ਕਰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਰੱਬ ਦੀ ਵਡਿਆਈ ਹੈ, ਪਰਮੇਸ਼ਰ ਦੀ ਵਡਿਆਈ ਹੈ, ਤੇ ਪਰਮੇਸ਼ਰ ਨੂੰ ਇਹ ਭਾਉਂਦੀ ਵੀ ਹੈ, ਚੰਗੀ ਵੀ ਲੱਗਦੀ। ਉਹਨਾਂ ਨਹੀਂ ਕਿਸੇ ਨੂੰ ਚੰਗੀ ਲੱਗਦੀ, ਕਿਸੇ ਦਾ ਢਿੱਡ ਦੁਖਦਾ ਤੇ ਪਿਆ ਦੁਖੇ, ਗੁਰੂ ਮਹਾਰਾਜ ਕਹਿੰਦੇ ਨੇ ਜੋ ਹਰ ਦਾਸਨ ਕੀ ਉਸਤਤ ਹੈ, ਜੋ ਹਰੀ ਦੇ ਦਾਸਾਂ ਦੀ, ਰੱਬ ਦੇ ਪਿਆਰਿਆਂ ਦੀ ਉਸਤਤ ਹੈ, ਸਾ ਹਰ ਕੀ ਵਡਿਆਈ। ਕਿਉਂ ਯਾਦ ਮਨਾਉਂਦੇ ਆਪਾਂ? ਉਹਨਾਂ ਨੇ ਪਰਮਾਤਮਾ ਨੂੰ ਯਾਦ ਕੀਤਾ। ਪਰਮਾਤਮਾ ਨੂੰ ਯਾਦ ਕਰਦੇ ਕਰਦੇ ਪਰਮਾਤਮਾ ਵਿੱਚ ਭੇਦ ਹੋ ਗਏ, ਪਰਮਾਤਮਾ ਦਾ ਰੂਪ ਹੀ ਹੋ ਗਏ। ਤੇ ਫਿਰ ਉਹਨਾਂ ਨੂੰ ਯਾਦ ਕੀਤਿਆਂ ਤੇ ਪਰਮਾਤਮਾ ਆਪ ਹੀ ਯਾਦ ਆਉਣਾ। ਭਗਤੀ ਦੌਰ ਤੋਂ ਸ਼ੁਰੂ ਹੁੰਦੀ ਹੈ ਅਤੇ ਭਗਵਾਨ ਸਿੱਖ ਅਤੇ ਗੁਰੂ ਸੋ ਅਰ ਜਿਹਾ ਭੇਦ ਨਾ ਜਾਣੋ ਮਾਨਸ ਦਿਆ। ਹਰ ਹਰ ਜਨ ਤੁਈ ਏਕ ਹੈ, ਵਿਵ ਵਿਚਾਰ ਕਛਨਾਹੇ, ਜਲ ਤੇ ਉਪਜਤ ਰੰਗ ਜਿਉ, ਜਲ ਹੀ ਵਿਖੈ ਸਮਾਹੇ। ਬਸ ਇੰਨਾ ਕੁ ਲਹਿਦਾ ਦਿਸਦੇ ਨੇ ਜਿਵੇਂ ਪਾਣੀ ਉੱਤੇ ਲਹਿਰਾਂ ਤੇ ਬੁਲਬੁਲੇ ਪਾਣੀ ਤੋਂ ਲਹਿਦਾ ਦਿਸਦੇ। ਭਾਵੇਂ ਉਹ ਪਾਣੀ ਤੋਂ ਲਹਿਦਾ ਨਹੀਂ ਹੁੰਦੇ, ਜਲ ਤਰੰਗ ਫੇਨ ਉਦੁਬਦਾ, ਜਲ ਤੇ ਭਿੰਨ ਨਾ ਹੋਈ। ਉਹ ਤਾਂ ਸਿਰਫ ਇੱਕ ਦਿਸ ਰਹੇ ਨੇ, ਹੈ ਤਾਂ ਪਾਣੀ ਦੇ ਉੱਤੇ ਨਹੀਂ ਤੇ ਪਾਣੀ ਦੇ ਰੂਪ ਨੇ। ਇਸੇ ਤਰ੍ਹਾਂ ਹਰੀ ਤੇ ਹਰੀ ਦੇ ਜਨ, ਉਹ ਨਾਮ ਦੀ ਕਮਾਈ ਕਰਦੇ ਕਰਦੇ ਨਾਮੀ ਚ ਭੇਦ ਹੋ ਜਾਂਦੇ। ਬਸ ਫਿਰ ਅਕਾਲ ਹੀ ਲਹਿਦਾ ਦਿਸਦਾ, ਅੰਦਰ ਅੰਤਰਾਤਮੇ ਤੈਨੂੰ ਹੀ ਹੋ ਜਾਂਦੇ। ਸਾਈਂ ਜੀ ਵਰਗੇ ਨੇ ਵਿਸਰੇ ਨਾ ਨਾਮ ਦੇ ਨਾਮ, ਸਾਈਂ ਜੀ ਵਰਗੇ ਨੇ ਵਿਸਰੇ ਨਾ ਨਾਮ ਦੇ ਨਾਮ। ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੀ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੀ ਕਮਾਈ ਕੀਤੀ, ਹੁਕਮ ਮੰਨਿਆ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਉਹਦਾ ਹੀ ਰੂਪ ਬਣ ਜਾਂਦੇ। ਕਬੀਰ ਜੀ ਨੇ ਕਈ ਪ੍ਰਮਾਣ ਦਿੱਤੇ ਬਾਣੀ ਨੂੰ।
ਕਬੀਰ ਜੀ ਨੂੰ ਇੱਕ ਪ੍ਰੇਮੀ ਪੁੱਛਦਾ ਮਹਾਰਾਜ, ਆਪ ਜੀ ਦੇ ਘਰ ਸਾਧੂ ਮਹਾਤਮਾ ਅਕਸਰ ਆਉਂਦੇ ਰਹਿੰਦੇ ਤੇ ਬੜੀ ਸ਼ਰਧਾ ਨਾਲ ਤੁਸੀਂ ਉਹਨਾਂ ਦੀ ਸੇਵਾ ਕਰਦੇ ਹੋ, ਸਾਰੀ ਰਾਤ ਕਥਾ ਕੀਰਤਨ ਸਤਸੰਗ ਭਜਨ ਪਾਠ ਰੱਬ ਦੇ ਗੁਣਾਂ ਨੂੰ ਗਾਉਂਦੇ ਹੋ ਸਾਰੀ ਰਾਤ, ਫਿਰ ਬੜੀ ਦੂਰ ਤੱਕ ਉਹਨਾਂ ਨੂੰ ਵਿਦਾ ਕਰਨ ਜਾਂਦੇ ਹੋ। ਇਹਦਾ ਕੀ ਭਾਵ, ਕੀ ਮਤਲਬ, ਕੀ ਮਿਲਦਾ? ਸਾਧ ਸੰਗਤ ਜਿਨ੍ਹਾਂ ਨੇ ਸੰਗਤ ਨਹੀਂ ਕੀਤੀ ਜਾਂ ਜਿਨ੍ਹਾਂ ਨੂੰ ਲਗਨ ਨਹੀਂ ਹੋਈ, ਸਵਾਲ ਕਰਦੇ ਆ ਰੋਜ਼ ਗੁਰਦੁਆਰੇ ਕੀ ਲੈਣ ਜਾਂਦੇ? ਉਹ ਨਹੀਂ ਰਹਿ ਸਕਦੇ, ਉਹਨਾਂ ਨੂੰ ਲਗਨ ਹੈ। ਅਕਸਰ ਨਾਸਤਿਕ ਬੰਦੇ ਸ਼ੰਕਾ ਕਰਦੇ ਹੁੰਦੇ, ਉਹਨਾਂ ਨੇ ਆਪ ਕਰਨਾ ਨਹੀਂ ਹੁੰਦਾ ਤੇ ਦੂਜਿਆਂ ਨੂੰ ਕਰਨ ਨਹੀਂ ਦੇਣਾ। ਕਬੀਰ ਜੀ ਕਹਿੰਦੇ ਤੂੰ ਸੰਗਤ ਨਹੀਂ ਕੀਤੀ ਭਲਿਆ, ਜੇ ਸੰਗਤ ਕੀਤੀ ਹੁੰਦੀ ਫਿਰ ਤੂੰ ਇਹ ਸਵਾਲ ਨਹੀਂ ਸੀ ਕਰਨਾ। ਇਹ ਜਿਹੜੀ ਸੰਗਤ ਹੈ ਗੁਰੂਆਂ ਦੀ, ਸਤਿਪੁਰਸ਼ਾਂ ਦੀ, ਰੱਬ ਦੇ ਪਿਆਰਿਆਂ ਦੀ, ਜੀਵ ਤੋਂ ਬ੍ਰਹਮ ਦੇ ਵਿੱਚ ਭੇਦ ਕਰ ਦਿੰਦੀ, ਜੀਵ ਨੂੰ ਬ੍ਰਹਮ ਦਾ ਰੂਪ ਬਣਾ ਦਿੰਦੀ। ਕਹਿੰਦਾ ਮਹਾਰਾਜ ਜੀ ਕਿਵੇਂ ਹੋ ਸਕਦਾ ਹੈ ਕਿ ਜੀਵ ਬ੍ਰਹਮ ਦਾ ਰੂਪ ਬਣ ਜਾਏ? ਬਾਣੀ ਦਾ ਕੋਈ ਵੀ ਵਚਨ ਪੜ੍ਹੋਗੇ ਨਾਲ ਉਦਾਹਰਨਾਂ, ਪ੍ਰਮਾਣ, ਦ੍ਰਿਸ਼ਟਾਂਤ ਦਿੱਤਾ ਹੋਇਆ। ਜਿਵੇਂ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਛੋਟੇ ਬੱਚਿਆਂ ਨੂੰ ਉਸ ਜਿਹੜੀ ਗੱਲ ਪੜ੍ਹਾਉਣੀ ਹੈ, ਜਿਵੇਂ ਉਹਨਾਂ ਨੂੰ ਸੇਬ ਦੱਸਣਾ ਹੈ, ਐਪਲ ਦੱਸਣਾ ਹੈ, ਤਾਂ ਉਹਨਾਂ ਨੇ ਲੱਕੜ ਦਾ ਸੇਬ ਬਣਾਇਆ ਹੁੰਦਾ, ਉਹਨੂੰ ਦਿਖਾਉਂਦੇ, ਇਹਨੂੰ ਕਹਿੰਦੇ ਸੇਬ, ਐਪਲ। ਉਦਾਹਰਨਾਂ ਸੌਖੀ ਸਮਝ ਆ ਜਾਏ। ਇਸੇ ਤਰ੍ਹਾਂ ਬਾਣੀ ਦਾ ਹਰ ਇੱਕ ਵਚਨ ਉਦਾਹਰਨਾਂ ਦੇ ਕੇ ਆਪਾਂ ਨੂੰ ਸਮਝਾਇਆ। ਕਬੀਰ ਜੀ ਕਹਿੰਦੇ ਗੰਗਾ ਕੇ ਸੰਗ ਸੰਤਾ ਬਿਗੜੀ, ਸੋ ਸੰਤਾ ਗੰਗਾ ਤੇ ਬਿਗੜੀ। ਗੰਗਾ ਦੀ ਸੰਗਤ ਮਿਲੀ ਨਦੀ ਨੂੰ, तो गंगा विच मिल के गंगा का रूप बन गई। जिन्नियां नदियां नाले गंगा च पैंदे ने गंगा का रूप बन जाते हैं संगत का। बिगड़ो कबीरा राम दुहाई, साज भयो मन कटै न जाए। अगे भगत कबीर जी कहते पास के संग तांबा बिगड़े, सो तांबा कंचन होए निगरे। पास एक पत्थर ही होता है, वैसे पारस पखान है, एक पत्थर की किस्म है पारस। ਉਹਦੇ ਵਿੱਚ ਰੱਬ ਵੱਲੋਂ ਇਹ ਗੁਣ ਰੱਖਿਆ ਕਿ 7 ਧਾਤਾਂ ਲੋਹਾ, ਪਿੱਤਲ, ਤਾਂਬਾ, ਇਸਪਾਤ, ਚਾਂਦੀ, ਇਹ ਜਿਹੜੀਆਂ 7 ਧਾਤਾਂ ਨੇ, ਇਹਦੇ ਨਾਲ ਪਾਰਸ ਲੱਗ ਜਾਏ, ਲੋਹੇ ਨਾਲ ਲੱਗ ਜਾਏ, ਉਹਨੂੰ ਸੋਨਾ ਬਣਾ ਦਿੰਦਾ। ਗੁਰ ਪਾਰਸ ਹਮ ਲੋਹੋ ਮਿਲ ਕੰਚਨ ਹੋਇਆ ਹੈ। ਸਾਧ ਸੰਗਤ ਜੀ, ਪਾਰਸ ਵਿੱਚ ਤਾਂ ਇੰਨਾ ਹੀ ਗੁਣ ਹੈ ਕਿ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ, ਪਰ ਪਾਰਸ ਨਹੀਂ ਬਣਾ ਸਕਦਾ। ਗੁਰੂ ਵਿੱਚ ਇਹ ਵੱਡਾ ਗੁਣ ਹੈ ਕਿ ਗੁਰੂ ਨੂੰ ਆਪਣੇ ਨੂੰ ਬਣਾ ਲੈਂਦਾ ਹੈ। ਜਿਹੜਾ ਗੁਰੂ ਦੀ ਸੰਗਤ ਕਰੇ, ਸੰਗਤ ਕੋਲ ਰਹਿਣ ਨੂੰ ਨਹੀਂ ਕਹਿੰਦੇ ਮੈਂ 20 ਸਾਲ ਹੋ ਗਿਆ ਕੋਲ ਰਹਿਣਾ ਮਹਾਂਪੁਰਸ਼ਾਂ ਕੋਲ, ਭਾਵੇਂ 80 ਸਾਲ ਰਹਿ ਲੈ। ਸੰਗਤ ਹੁੰਦਾ ਜੁੜਨਾ, ਸੰਗਤ ਦਾ ਭਾਵ ਹੈ ਜੁੜਨਾ। ਇਕੱਠ ਦਾ ਨਾਮ ਸੰਗਤ ਥੋੜਾ, ਇਕੱਠ ਤਾਂ ਬੜੇ ਥਾਵਾਂ ਤੇ ਹੁੰਦੀ ਹੈ, ਬੜੀ ਦੁਨੀਆ ਹੁੰਦੀ ਹੈ, ਬੜੇ ਥਾਵਾਂ ਤੇ ਇਕੱਠ ਹੁੰਦੇ ਆ।
पर इत्थे आपां जुड़ के बैठे हैं तां इहनूं संगत कहंदे। सत परमात्मा ते संगत जुड़ना, जिथे बाणी नाल जुड़िया जाए, नाम नाल जुड़िया जाए, परमात्मा नाल जुड़े जाए, सत संगत कैसी जानी है? जिथे एको नाम लिखाना, बस ओहदा नाम सत संगत। सत परमेश्वर ते संगत जुड़ना। ते जे इत्थे बह के तुसीं नहीं जुड़े तो फिर समझिया भी असीं सत्संग नहीं कर रहे। जे जुड़ के बैठे हैं तो फिर सत संगत। जिहड़ी सतपुरुषां दी संगत है, भाव के जुड़ना, वचन मनना, हुक्म मनना। कोई मान लवे हुक्म, ख्रिस्ती मान लवे, त्यागी मान लवे, चोर मान लवे, साधु धार्मी मान लवे, डाकू मान लवे, लुटेरा मान लवे, पापी, कोई वचन मान लवे। जिहड़ा वचन मनेगा, हुक्म मनेगा, वो भेद हो जाए। पास ते लोहा एक दूजे दे कोल इन्ने दूर पे रहन, बाल दे 100वें हिस्से जिन्ने दूर, कदे सोना नहीं बने। कोल ने पर जुड़े नहीं है। जिन्ना चिर जुड़ता नहीं उन्ना चिर सोना नहीं बने। पारस का कसूर नहीं है, कसूर तो लोहे। हम लोहे में जगाड़ लगे, मिट्टी लगी हुई है, क्या कि मैंने सोना ही नहीं बनाया। जगाड़ ना हुंदा, मिट्टी ना हुंदी तो पारस के नाल लगन सारी सोना बन जाना। साचा सतगुर क्या करे, जो सिखा मैं चूक। कीर्तन हो रहा आसा निवार का तो सिख सुता पिया, कसूर गुरु का। साध संगी मत्थे टेकने, नमस्कारां करनियां, एक गुरु मनना नहीं कहते। एक बार कहते अपराधी दूना निरा, जो हंता मिर्गाहे। मिर्ग, मिर्ग नूं मारन वाला जिहड़ा शिकारी है, वो कूणियां ते तुरदा लम्मा पिया होया। मेरा पता ना लग रहा, कंडे चुभ रहे ने, रोड चुभ रहे ने, करोलन कर रहे, करोलन कूणियां ते तुरना। मारे कहते वो तो तेरे नाल ज्यादा निभ रहा है, पर कादे वास्ते? जो हंता मारन वास्ते जीव नूं झुकना, जिहड़े मन ने वो तो झुके ही नहीं। मन ने गुरु का वचन मन्निया ही नहीं ते नमस्कार कर। जिन्ना चिर वचन नहीं मनता गुरु का, पर कहते शीस नवाया क्या किया जा, हृदय कसुदा जाए। जानकी दिल साबत नहीं, ताको कहाँ खुदा। ये अंदरला मन ही नहीं मनिया तो फिर साध संगत जी निव्या भी तेरा देखे तां पैना, जदन तेरा मन निवेगा, जदन मन मन बैठे। साडा जिंदगी का तजर्बा है साध संगत। संगत विच बड़े गुरमुख माई भाई आउंदे रहिंदे, पर जिन्हां ने बचन मान लिया, भावें गिरस्ती है भावें त्यागी, उन्हां ते रंग चढ़िया सी। नहीं तो सारी सारी जिंदगी गुरु घर च लंघ जाती है, पल्ले कख नहीं पैंदा। रोटियां कार पूरे ताल, आप पछाड़े धरती नाल। जिंदगी लंघ तो जानी है, पर तेरी वचन मन के लगेगी तो सफली हो जाएगी। जिहड़ा मन्नेगा वचन उही गुरु च भेद होएगा। कोई मान लो, भगत कबीर जी ने प्रमाण दिता है पास का, पर जिन्ना चिर जुड़दा नहीं पास के नाल, लोहा सोना नहीं बन सकता। पर सोना सोना ही बनता है पास की संगत करके लोहा।
ਵਾਰਸ ਨਹੀਂ ਬਣਦਾ, ਪਰ ਗੁਰੂ ਦਾ ਸਾਧ ਸੰਗਤ ਆਪਣੇ ਵਰਗੇ ਬਣਾ ਦਿੰਦਾ ਹੈ। ਸਤਿਗੁਰ ਮਹਾਂਪੁਰਖ ਨੇ ਪਾਰਸ ਕੰਚਨ ਕਰਦੇ ਲੋਏ ਨੂੰ। ਸਤਿਗੁਰ ਮਹਾਂਪੁਰਖ ਨੇ ਪਾਰਸ ਕੰਚਨ ਕਰਦੇ ਲੋਏ ਨੂੰ। ਤਾਂਬਾ ਜਿਹੜਾ ਸੋਨਾ ਬਣ ਜਾਂਦਾ। ਚੰਦਨ ਕੇ ਸੰਗ ਤਰਵਰ ਵਿਗੜਿਓ, ਸੋ ਤਰਵਰ ਚੰਦਨ ਵਿੱਚ ਨਿਵਰਿਓ। ਇੱਕ ਬੂਟਾ ਜੰਗਲ ਦੇ ਵਿੱਚ 52 ਇੰਚ ਦਾ ਉਹਦਾ ਕੱਦ ਹੁੰਦਾ ਹੈ, 52 ਚੰਦਨ। ਜਿਹੜੇ ਜੰਗਲ ਵਿੱਚ ਹੋਵੇ ਉਹ ਸਾਰੇ ਜੰਗਲ ਨੂੰ ਚੰਦਨ ਬਣਾ ਦਿੰਦਾ। ਚੰਦਨ ਕਾ ਬਿਰਵਾ ਭਲਾ ਵੇੜਿਓ ਢਾਕ ਭਲਾ, ਹੋਏ ਵੀ ਚੰਦਨ ਹੋਏ ਰਹਿ ਬਸੈ ਜੋ ਚੰਦਨ ਪਾ। ਸਾਰਾ ਜੰਗਲ ਚੰਦਨ ਬਣ ਜਾਂਦਾ। ਗੁਰਬਾਣੀ ਦੇ ਅਨੁਸਾਰ ਚੰਦਨ ਵਿੱਚ 2 ਗੁਣ ਨੇ। ਇੱਕ ਤਾਂ ਚੰਦਨ ਵਿੱਚ ਮਹਿਕ ਹੈ, ਜਿੱਥੇ ਹੋਵੇ ਸਾਰਾ ਜੰਗਲ ਉਹਦੇ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਜਾਂਦੀ ਹੈ। ਤੇ ਦੂਜਾ ਚੰਦਨ ਠੰਡਾ ਹੁੰਦਾ ਹੈ। ਆ ਜਿਹੜੇ ਲੋਕ ਮੱਥੇ ਤੇ ਟਿੱਕਾ ਲਾਉਂਦੇ ਨੇ ਜਾਂ ਮੱਥੇ ਤੇ ਲੇਪ ਕਰਦੇ ਨੇ, ਬਾਹਾਂ ਤੇ, ਮੱਥੇ ਤੇ, ਪੇਟ ਤੇ, ਉਹ ਜਿਹੜੇ ਜ਼ਿਆਦਾ ਸਾਧਨਾ ਕਰਦੇ ਸੀ ਸਾਧਕ ਪੁਰਸ਼, ਗਰਮੀ ਖੁਸ਼ਕੀ ਵੱਧ ਜਾਂਦੀ, ਫਿਰ ਉਹ ਹੱਥਾਂ ਤੇ, ਪੈਰਾਂ ਦੀਆਂ ਤਲੀਆਂ ਤੇ, ਮੱਥੇ ਤੇ ਚੰਦਨ ਦਾ ਲੇਪ ਕਰਦੇ। ਹੌਲੀ ਹੌਲੀ ਟਿੱਕਾ ਜਿਹਾ ਰਹਿ ਗਿਆ। ਬਸ ਨਾ ਕੋਈ ਸਾਧਨਾ ਕਰਦਾ ਤੇ ਨਾ ਗਰਮੀ ਖੁਸ਼ਕੀ ਵਧੀ। ਹੌਲੀ ਹੌਲੀ ਇੱਕ ਚਿੰਨ੍ਹ ਜਿਹਾ ਰਹਿ ਗਿਆ। ਇਹ ਤਾਂ ਕਰਦੇ ਸੀ, ਸਾਧਨਾ ਕਰਨ ਵਾਲੇ ਚੰਦਨ ਠੰਡਾ ਹੁੰਦਾ, ਇਹਦੀ ਤਸੀਰ ਠੰਡੀ ਹੁੰਦੀ ਹੈ। ਜਿੱਥੇ ਚੰਦਨ ਦਾ ਬੂਟਾ ਹੋਵੇ ਉਹ ਇੰਨੇ ਜ਼ਹਿਰੀਲੇ ਸੱਪ ਲਿਪਟੇ ਹੁੰਦੇ ਆ ਕਿ ਉਹ ਸੱਪਾਂ ਨਾਲ ਢੱਕਿਆ ਹੁੰਦਾ। ਸੱਪਾਂ 'ਚ ਹੁੰਦੀ ਹੈ ਜ਼ਹਿਰ, ਜ਼ਹਿਰ ਉਹਨਾਂ ਨੂੰ ਸਾੜਦੀ ਹੈ ਸੱਪਾਂ ਨੂੰ। ਆਮ ਵੀ ਸਿਆਣੇ ਕਹਿੰਦੇ ਨੇ ਸੱਪ ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦਾ। ਕਿਉਂ ਨਹੀਂ? ਉਹਦੀ ਜ਼ਹਿਰ ਨੂੰ ਟਿਕਣ ਨਹੀਂ ਦਿੰਦੀ। ਸੱਪ ਦੇ ਅੰਦਰ ਇੱਕ ਤਰ੍ਹਾਂ ਦੀ ਜ਼ਹਿਰ ਉਹ ਟਿਕ ਨਹੀਂ ਸਕਦਾ, ਸਾਡੇ ਅੰਦਰ 5 ਤਰ੍ਹਾਂ ਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹਰ ਕੋਈ ਕਹਿੰਦਾ ਨਹੀਂ ਮਨ ਨਹੀਂ ਟਿਕਦਾ, ਏਡੀ ਛੇਤੀ ਨਹੀਂ ਟਿਕਦਾ।
ਟਿਕ ਜਾਂਦਾ ਹੈ, ਪਰ ਜੇ ਟਿਕਾਉਣ ਵਾਲਾ ਹੋਵੇ ਕਮਾਈ ਕਰੇ। ਅੱਜ ਕੱਲ੍ਹ ਤਾਂ ਜਾਂਦੇ ਜਾਂਦੇ ਪੁੱਛਦੇ ਜਾਂਦੇ ਨੇ, ਮਨ ਨਹੀਂ ਟਿਕਦਾ ਜੀ, ਕਿ ਕੋਈ ਬਟਨ ਦੱਬ ਦੇਣਗੇ ਟਿਕ ਜਾਏ। ਜਿਵੇਂ ਸਿਆਣੇ ਕਹਿੰਦੇ ਨਾ, ਬਾੜ ਤੋਂ ਭੂਰੇ ਲੱਭਦੀ ਫਿਰਦੀ ਦੁਨੀਆ। ਸਿਆਲ ਦਾ ਮਹੀਨੇ ਠੰਡ ਲੱਗ ਰਹੀ ਹੈ ਤੇ ਬਾੜ ਤੇ ਭੂਰੇ ਲੱਭਦੇ ਫਿਰਦੇ। ਉਹ ਤਾਂ ਭਗਤ ਕਬੀਰ ਜੀ ਕਹਿੰਦੇ, ਭੇਡਾਂ ਦੀ ਜਾਂ ਊਠ ਦੀ ਉੱਨ ਲਾਉਣੀ ਪੈਂਦੀ ਹੈ, ਫਿਰ ਪਿੰਜਣੀ ਕਟਾਉਣੀ ਪੈਂਦੀ ਹੈ, ਫਿਰ ਬੁਣਨੀ ਪੈਂਦੀ, ਫਿਰ ਜਾ ਕੇ ਕੰਬਲ ਬਣ ਕੇ ਨਿੱਘ ਆਉਂਦਾ ਹੈ। ਦੁਨੀਆ ਬਾੜ ਤੇ ਭੂਰੇ ਲੱਭਦੀ ਫਿਰਦੀ। ਸਾਡਾ ਮਨ ਨਹੀਂ ਟਿਕਦਾ। ਖੂਨੀ ਕੱਟੀ ਨਹੀਂ, ਗੋੜਿਆਂ ਦੀਆਂ ਗੱਲਾਂ ਕਰਨ ਲੱਗ ਜਾਂਦੇ। ਜੋ ਜਪਾਂਗੇ ਟਿਕੇਗਾ ਤਾਂ ਆਪਾਂ ਹੀ। ਸੁਖੀ ਹੋਣਾ ਕੌਣ ਨਹੀਂ ਚਾਹੁੰਦਾ? ਮਨ ਦੁਖੀ ਹੈ, ਵਿਖੇਪਤਾ ਹੈ, ਸੁਖੀ ਹੋਣਾ ਚਾਹੁੰਦਾ ਹੈ। ਪਰ ਸੱਪ ਵਿੱਚ ਇੱਕ ਤਰ੍ਹਾਂ ਦੀ ਜ਼ਹਿਰ ਹੈ ਤੇ ਆਪਾਂ ਕਹਿੰਦੇ ਉਹ ਟਿਕਦਾ ਨਹੀਂ। ਸਾਡੇ ਇੱਧਰ 5 ਤਰ੍ਹਾਂ ਦੀ ਹੈ। ਕਿਵੇਂ ਟਿਕੇਗਾ? ਸਾਧ ਸੰਗਤ ਮੇਰੇ ਸ਼ਬਦ ਨਾਲ ਜਦੋਂ ਜੁੜਦਾ ਨਾ, ਤੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਸਰਬ ਨਿਰੰਤਰ ਸੋਏ। ਫਿਰ ਅੰਦਰ ਗੂੰਜ ਪੈਂਦੀ ਹੈ ਨਾ ਜਦੋਂ ਸ਼ਬਦ ਦੀ। ਜਿੰਨਾ ਜ਼ਹਿਰੀਲਾ ਸੱਪ ਹੁੰਦਾ ਹੈ ਉਹ ਬੀਨ ਤੇ ਉਹਨਾਂ ਜ਼ਿਆਦਾ ਮਸਤ ਹੁੰਦਾ। ਮਿੱਟੀ ਖਾਣੇ ਕਦੇ ਬੀਨ ਤੇ ਨਹੀਂ ਆਉਂਦੇ, ਉੱਥੇ ਪਏ ਰਹਿੰਦੇ। ਜਿੱਥੇ ਜ਼ਹਿਰੀਲਾ ਸੱਪ ਜਿੰਨਾ ਹੋਵੇਗਾ, ਜਦ ਬੀਨ ਵੱਜਦੀ ਹੈ, ਜਿਹੜਾ ਨਾਦ ਹੈ ਨਾ, ਨਾਦ, ਆਹ ਕੀਰਤਨ ਵੀ ਨਾਦ ਹੈ। ਤੇ ਜਦੋਂ ਸ਼ਬਦ ਦਾ ਨਾਦ ਬਣਦਾ ਹੈ, ਫਿਰ ਸਮਾਧੀ 'ਚ ਜਾਂਦਾ ਬਣ। ਸਾਧ ਸੰਗਤ ਇਹ ਗੱਲਾਂ ਅਸੀਂ ਬੜੀਆਂ ਸੁਣੀਆਂ, ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਕਿਤੇ ਸਮਝ ਨਾ ਲਿਆ ਜੇ ਵੀ ਸਮਾਧੀਆਂ ਲਾਉਂਦੇ ਹੋਣ। ਹਾਂ, ਗੁਰੂ ਕਿਰਪਾ ਕਰ ਦੇਵੇ ਤੇ ਸੰਗਤ ਅਰਦਾਸ ਕਰਦੇ, ਫਿਰ ਤੇ ਪਿੰਗਲਾ ਵੀ ਭਾਰ ਚੜ ਜਾਂਦਾ ਹੈ। ਮੂਰਖ ਵੀ ਚਾਰੇ ਵੇਦਾਂ ਦਾ ਗਿਆਤਾ ਹੋ ਜਾਂਦਾ ਹੈ। ਪਰ ਇਹ ਅਸੀਂ ਬਚਨ ਸੁਣੇ ਨੇ ਮਹਾਂਪੁਰਸ਼ਾਂ। ਸਮਾਧੀਆਂ ਫਿਰ ਉਹਨਾਂ ਦੀਆਂ ਲੱਗਦੀਆਂ ਸਾਧ ਸੰਗਤ, ਜਿਹੜੇ ਤੇਲ ਦੀ ਧਾਰਾ ਵੱਧ ਸ਼ਬਦ ਨਾਲ ਦਿਲ ਲਾਉਂਦੇ। ਅੱਜ ਕੱਲ੍ਹ ਤਾਂ ਬਣੀ ਬਣਾਈ ਮਠਿਆਈ, ਬਣੇ ਬਣਾਏ ਕੱਪੜੇ, ਬਣੇ ਬਣਾਏ ਸਭ। ਅੱਜ ਕੱਲ੍ਹ ਲੋਕ ਇਹ ਵੀ ਬਣਿਆ ਬਣਾਏ ਕੰਮ ਭਾਲਦੇ ਫਿਰਦੇ ਵੀ ਚਲੋ 4 ਰੁਪਏ ਮੱਥਾ ਟੇਕੀ ਤੇ ਸਾਡਾ ਕਾਰਜ ਹੋ ਗਿਆ। ਇਹ ਤਾਂ ਕੰਚਨ ਸੇ ਪਾਈਆ ਨਹੀਂ ਡੋਲ, ਮਨ ਦੇ ਨਾਮ ਲਿਆ ਹੈ ਮੋਲ। ਇਹ ਤਾਂ ਦੇਣਾ ਪੈਂਦਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ। ਉਹ ਸੱਪਾਂ ਦੇ ਵਿੱਚ ਜ਼ਹਿਰ ਹੁੰਦੀ ਹੈ। ਤੁਸੀਂ ਚੰਦਨ ਦੇ ਬੂਟੇ ਨੂੰ ਲਿਪਟੇ ਹੁੰਦੇ ਹੋ, ਉਹ ਚੰਦਨ ਸੱਪਾਂ ਨੂੰ ਠੰਡ ਦੇ ਦਿੰਦਾ ਹੈ। ਉਹਨਾਂ ਚਿਰ ਠੰਡ ਰਹਿੰਦੀ ਹੈ ਜਿੰਨਾ ਚਿਰ ਚੰਦਨ ਨਾਲ ਲਿਪਟੇ ਰਹਿੰਦੇ। ਜਦੋਂ ਪਰਾਂ ਹੁੰਦੇ ਨੇ ਉਹ ਜ਼ਹਿਰ ਨੂੰ ਫਿਰ ਤੰਗ ਕਰਦਾ। ਪਰ ਭਗਤ ਕਬੀਰ ਜੀ ਕਹਿੰਦੇ ਚੰਦਨ ਸੱਪਾਂ ਨੂੰ ਠੰਡ ਦੇ ਦਿੰਦਾ ਹੈ, ਪਰ ਉਹਨਾਂ ਦੀ ਜ਼ਹਿਰ ਆਪਣੀ ਨਹੀਂ ਦਿੰਦਾ। ਸੰਤਨਾ ਚੋੜੈ ਸੰਤਈ, ਜਬ ਕੋਟਕ ਮਿਲੇ ਅਸੰਤ, ਮਲਿਆਕਣ ਭੈਂਕਮ ਬੇਟਿਓ, ਤਾਂ ਸੀਤਲ ਦਾ ਨਾਮ ਚੱਲ। ਆਪਣਾ ਠੰਡ ਦੇਣ ਵਾਲਾ ਸੁਭਾਅ ਨਹੀਂ ਛੱਡਦਾ, ਭਾਵੇਂ ਉਹਨੂੰ ਸੱਪ ਜਿੰਨੇ ਮਰਜ਼ੀ ਲਿਪਟੇ ਰਹੇ। ਜਿਹੜਾ ਗੁਰਮੁਖ ਮਾਈ ਭਾਈ ਗੁਰੂ ਦੇ ਉਪਦੇਸ਼ 'ਚ ਚੱਲਦਾ ਹੈ, ਉਹ ਵਿਹਾਰ ਵੀ ਕਰਦਾ, ਧੰਦੇ ਵੀ ਕਰਦਾ, ਧਨ ਵੀ ਕਮਾਉਂਦਾ, ਪਰਿਵਾਰ ਦੇ ਫਰਜ਼ ਪੂਰੇ ਕਰਦਾ, ਦੇਸ਼ਾਂ ਵਿਦੇਸ਼ਾਂ 'ਚ ਵਿਚਰਦਾ ਹੈ। ਪਰ ਸਾਖਤ ਬੰਦਿਆਂ ਨੂੰ, ਮਨਮੁਖਾਂ ਨੂੰ ਵੀ ਮਿਲਦਾ ਹੈ। ਉਹਨਾਂ ਨੂੰ ਤਾਂ ਗੁਰਮੁਖਾਂ ਦਾ ਸੁਭਾਅ ਦੇਣ ਦਾ, ਭਾਈ ਅੰਮ੍ਰਿਤ ਛਕੋ, ਬਾਣੀ ਪੜ੍ਹੋ, ਸੇਵਾ ਸਿਮਰਨ ਕਰਿਆ ਕਰੋ। ਪਰ ਮਨਮੁਖਾਂ ਵਾਲਾ ਸੁਭਾਅ ਆਪਣੇ ਕੀ ਰਹਿੰਦਾ। ਚੰਦਨ ਹੈ ਗੁਰਮੁਖ। ਤੇ ਭਗਤ ਕਬੀਰ ਜੀ ਕਹਿੰਦੇ ਇੱਕ ਚੰਦਨ ਦੇ ਕੋਲ ਹੀ ਖੜਾ ਹੈ, ਉਹਦੇ ਉੱਤੇ ਚੰਦਨ ਦਾ ਅਸਰ ਹੀ ਹੋਇਆ। ਬਾਂਸ ਵਡਾਈ ਕੁੰਡਿਆ, ਕਿਉ ਮਤ ਦੂਤੋ ਕੋਏ, ਚੰਦਨ ਕੈ ਨਿਕਟੈ ਵਸੈ ਬਾਂਸ ਸੁਗੰਧ। ਬਾਂਸ ਦੀਆਂ ਜੜ੍ਹਾਂ 'ਚ ਹਜ਼ਾਰਾਂ ਹੀ ਚੰਦਨ ਉੱਗ ਪਵੇ, ਉਹ ਬਾਂਸ ਹੀ ਰਹਿੰਦਾ। ਸਾਡੀ ਹਾਲਤ ਤਾਂ ਬਾਂਸ ਵਾਲੀ ਹੀ ਹੈ। ਰਹੇ ਤਾਂ ਅਸੀਂ ਚੰਦਨ ਦੇ ਕੋਲ ਹੀ ਸੀ, ਪਰ ਬਾਂਸ ਦੇ ਬਾਂਸ ਹੀ ਰਹੇ। ਸਾਡੇ ਅੰਦਰ ਸ਼ੁਭ ਗੁਣਾਂ ਦੀ ਮਹਿਕ ਨਹੀਂ ਆਈ, ਤੇ ਕਸੂਰ ਤਾਂ ਬਾਂਸ ਦਾ ਸੀ, ਚੰਦਨ ਦਾ ਥੋੜ੍ਹਾ ਸੀ। ਸਾਧ ਸੰਗਤ, ਚੰਦਨ ਦਾ ਕੰਮ ਹੀ ਮਹਿਕ ਦੇਣੀ ਹੁੰਦਾ। ਨਹੀਂ ਆਈ ਤਾਂ ਸਾਡੇ ਅੰਦਰ ਹੀ ਦੋਸ਼ ਸੀ ਕੋਈ। ਸੋ ਭਗਤ ਕਬੀਰ ਜੀ ਕਹਿੰਦੇ ਚੰਦਨ ਦੀ ਸੰਗਤ ਕਰਕੇ ਬਣ ਜਾਂਦੇ ਆ ਕਿ ਨਹੀਂ? ਚੰਦਨ ਸਾਰਾ ਜੰਗਲ ਕਹਿੰਦੇ ਹਾਂ ਬਣ ਜਾਂਦਾ। ਸੋ ਸਾਧ ਸੰਗਤ, ਗੁਰੂਆਂ ਦੀ ਸੰਗਤ ਮਿਲੀ ਚੋਰਾਂ ਨੂੰ, ਭੂਮੀਆਂ
ਚੋਰ ਸਾਧ ਸੰਗਤ ਉਹ ਘੁੰਮੀਆਂ ਚੋਰ ਦੂਜਿਆਂ ਨੂੰ ਤਾਰਨ ਵਾਲਾ ਬਣਾਤਾ ਗੁਰੂ ਨਾਨਕ ਦੇਵ ਜੀ। ਸੱਜਣ ਠੱਗ ਦੀ ਮਿਲੀ ਸੰਗਤ, ਸੱਜਣ ਠੱਗ ਨੂੰ ਸੰਗਤ ਮਿਲੀ ਗੁਰੂ ਨਾਨਕ ਦੇਵ ਜੀ ਨਾਲ। ਚਿੱਟੇ ਕੱਪੜੇ ਪਾਏ ਨੇ, ਹੱਥ 'ਚ ਮਾਲਾ ਫੜੀ ਹੈ, ਦਾੜਾ ਬੀਬਾ ਹੈ, ਬਾਹਰੋਂ ਬੜਾ ਗੁਰਮੁਖ ਲੱਗਦਾ, ਉੱਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ। ਸਾਧ ਸੰਗਤ ਵੈਸੇ ਮਿੱਠੀ ਕੋਈ ਵੀ ਚੀਜ਼ ਹੈ ਉਹ ਪੈਦਾ ਨਹੀਂ ਕਰਦੀ ਹੁੰਦੀ। ਜਿਹੜੀ ਕੌੜੀ ਚੀਜ਼ ਹੋਵੇ, ਕੜਾਕੀ ਹੋਵੇ, ਖਾਣ ਵੇਲੇ ਜ਼ਰੂਰ ਕੌੜੀ ਲੱਗਦੀ ਹੈ ਪਰ ਉਹ ਨੁਕਸਾਨ ਨਹੀਂ ਕਰਦੀ। ਇੱਕ ਸਿਧਾਂਤ ਹੈ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਜਿਹੜਾ ਬੰਦਾ ਜ਼ਿਆਦਾ ਮਿੱਠਾ ਬੋਲਦਾ ਹੈ ਉਹ ਫਾਇਦਾ ਘੱਟ ਕਰਦਾ ਹੈ, ਨੁਕਸਾਨ ਜ਼ਿਆਦਾ ਕਰਦਾ। ਸਾਡੇ ਬਜ਼ੁਰਗਾਂ ਨੂੰ ਕਹਿੰਦੇ ਸੀ ਇਹ ਲਿਹਾਜ਼ ਨਹੀਂ ਕਰਦਾ, ਮੂੰਹ ਤੇ ਮਾਰਦਾ ਹੈ, ਉਹ ਮਿੱਠੀਆਂ ਨਹੀਂ ਸੀ ਕਰਦੇ, ਸੱਚੀ ਗੱਲ ਕਰਦੇ ਸੀ। ਅੱਜ ਪੰਚਾਇਤਾਂ ਇਕੱਠੀਆਂ ਹੁੰਦੀਆਂ ਨੇ, ਚਾਹ ਪਾਣੀ ਛਕਿਆ, ਰੌਲਾ ਰੌਲਾ ਪਾਇਆ, ਫਿਰ ਤੁਰ ਕੇ ਸੱਚੀ ਗੱਲ ਹੀ ਨਹੀਂ ਕਰ ਸਕਦੇ। ਫੈਸਲਾ ਕਿਵੇਂ ਹੋ ਜਾਏਗਾ? ਚੋਪੜ ਕੇ ਗੱਲਾਂ ਕਰਨੀਆਂ, ਫਿਰ ਪੱਖਪਾਤ ਕਰਨਾ। ਜਿੰਨਾ ਚਿਰ ਸੱਚਾਈ ਨਹੀਂ ਕਰੇਗਾ ਫੈਸਲਾ ਨਹੀਂ ਹੁੰਦੇ। ਅੱਜ ਕੱਲ੍ਹ ਪੰਚਾਇਤ ਜਿੱਥੇ ਬਹਿੰਦੀ 5-7 ਪਿੰਡਾਂ 5-4 ਬਜ਼ੁਰਗ ਹੁੰਦੇ ਸਿਆਣੇ, ਵੱਡੇ ਵੱਡੇ ਮਸਲੇ ਜਦੋਂ ਬੈਠਦੇ ਬਜ਼ੁਰਗ ਨਿਬੇੜ ਕੇ ਉੱਠਦੇ, ਪੱਖ ਨਹੀਂ, ਚੋਪੜ ਕੇ ਨਹੀਂ, ਸੱਚੀ ਗੱਲ ਕਰਦੇ, ਫੈਸਲੇ ਉੱਠਦੇ। ਅੱਜ 15-20-50 ਬੰਦੇ ਇਕੱਠੇ ਹੋਏ, ਗੱਲਾਂ ਬਾਤਾਂ ਕੀਤੀਆਂ, ਉੱਠ ਕੇ ਨਹੀਂ ਨਿਬੜੇ ਨਹੀਂ ਕਰ, ਕਿਉਂ ਨਿਬੇੜਨ ਆਏ ਨਹੀਂ ਤੁਸੀਂ ਨਾ। ਇਸ ਕਰਕੇ ਮਿੱਠੀ ਚੀਜ਼ ਜਿਹੜੀ ਤੁਹਾਨੂੰ ਸਵਾਦ ਲੱਗ ਰਹੀ ਉਹ ਫਾਇਦਾ ਨਹੀਂ ਕਰਦੀ ਹੁੰਦੀ। ਖਾਣ ਲੱਗਿਆ ਜਿਹੜੀ ਚੀਜ਼ ਕੜਾਕੀ ਲੱਗੇ, ਘੱਟ ਸਵਾਦ ਲੱਗੇ, ਉਹ ਨੁਕਸਾਨ ਨਹੀਂ ਕਰਦੀ। ਇਹ ਨਹੀਂ ਮਿੱਠਾ ਬੋਲਣਾ ਹੀ ਨਹੀਂ ਚਾਹੀਦਾ, ਕਿਸੇ ਨੂੰ ਠੱਗਣ ਵਾਸਤੇ ਮਿੱਠਾ ਬੋਲਣਾ ਇਹ ਗਲਤ ਹੈ। ਕਿਸੇ ਨੇ ਦੁਖੀ ਕਰਨ ਵਾਸਤੇ ਰੁੱਖਾ ਬੋਲਣਾ ਵੀ ਮਾੜਾ ਹੈ। ਪਰ ਸੱਚੀ ਗੱਲ ਕਹਿਣੀ ਰੁੱਖੀ ਲੱਗਦੀ ਹੁੰਦੀ। ਜੇ ਕੋਈ ਬੋਲੇ ਸੱਚ, ਕੂੜਾ ਜਦ ਜਾਵੇ, ਅੱਗ ਲੱਗ ਜਾਂਦੀ ਝੂਠੇ ਬੰਦੇ ਨੂੰ ਜਦੋਂ ਸੱਚੀ ਗੱਲ ਕਹਿ ਦੀ। ਕੁੜਿਆਰੀ ਰਜੇ ਕੂੜ ਜਿਉਂ ਬਿਸਟਾ ਕਾਗ ਖਾਵੇ। ਉਹ ਤਾਂ ਝੂਠ ਸੁਣ ਕੇ ਖੁਸ਼ ਹੋਣ ਵਾਲਾ ਸੱਚੀ ਗੱਲ ਕਿਤੇ ਸੁਣ ਸਕਦਾ। ਇਸ ਕਰਕੇ ਹੁਣ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ। ਲਿਬਾਸ ਵੀ ਸਾਡੇ ਨੂੰ ਧਰਮਾਤਮਾ ਵਾਲਾ ਬਣਾਇਆ, ਪਰ ਹੈ ਠੱਗ। ਅਸਲ ਵਿੱਚ ਛੇਤੀ ਠੱਗੀ ਧਰਮ ਦੇ ਨਾਂ ਤੇ ਵੱਜਦੀ। ਜਿਹੜੇ ਲੋਕਾਂ ਨੂੰ ਠੱਗਣ ਵਾਲੇ ਬੜੇ ਗੁਰੂ ਅੱਜ ਜੇਲ੍ਹਾਂ 'ਚ ਬੈਠੇ ਨੇ, ਜਿਹੜੇ ਖੁਦ ਆਪਣੇ ਆਪ ਨੂੰ ਰੱਬ ਕਹਿੰਦੇ ਸੀ, ਹੈ ਅਸਲ ਵਿੱਚ ਠੱਗ ਸੀ। ਗੁਰੂ ਮਹਾਰਾਜ ਨੇ ਬਾਣਾ ਦਿੱਤਾ ਹੈ, ਬਾਣੀ ਦਿੱਤੀ ਹੈ, ਪਰ ਬਾਣੇ ਦੇ ਨਾਲ ਰਸੂਲ ਦਿੱਤੇ ਹੈ, ਤਾਂ ਬਾਣਾ ਸਤਿਕਾਰ ਕਰੋ। ਬਾਣਾ ਨਹੀਂ ਮਾੜਾ, ਜਿਹੜਾ ਬਾਣੇ ਦੇ ਅਸੂਲਾਂ ਤੇ ਨਹੀਂ ਚੱਲਦਾ ਉਹ ਬਾਣਾ ਪਾਉਣ ਵਾਲਾ ਮਾੜਾ ਹੋ ਸਕਦਾ ਹੈ। ਸਾਧ ਸੰਗਤ ਹੁਣ ਠੱਗਣ ਕਿਹਨੂੰ ਚਾਹੁੰਦਾ ਗੁਰੂ ਨਾਨਕ ਦੇਵ ਮਹਾਰਾਜ। ਸੋ ਦੁਨੀਆ ਨਾਲ ਵੀ ਠੱਗੀ ਥੋੜਾ ਜਿਹੀ ਵੱਜਦੀ ਹੈ। ਦੁਨੀਆ ਵੀ ਰੱਬ ਦਾ ਰੂਪ ਹੈ, ਇੱਕ ਦੋ ਵਾਰੀ ਤਾਂ ਠੱਗੇ ਜਾਣਗੇ ਤੇ ਮਗਰੋਂ ਫਿਰ ਉਹੀ ਡਾਂਗਾ ਚੁੱਕੀ ਫਿਰਦੇ ਹੁੰਦੇ। ਪਰ ਸਾਧ ਸੰਗਤ ਰੱਬ ਨਾਲ ਠੱਗੀ ਨਹੀਂ ਵੱਜ ਸਕਦੀ। ਜਿੰਨੇ ਹੀ ਮਰਜ਼ੀ ਆਪਾਂ ਦਿਖਾਵਾ ਕਰੀਏ, ਪਰ ਉਹ ਘਟ ਕੇ ਅੰਤਰ ਕੀ ਜਾਣ। ਤੈਨੂੰ ਰੱਬ ਠੱਗਿਆ ਨਹੀਂ ਹੋ ਜਾਣਾ, ਦੁਨੀਆ ਨੂੰ ਠੱਗਣ ਵਾਲਾ ਵੇ। ਤੈਨੂੰ ਰੱਬ ਠੱਗਿਆ ਨਹੀਂ, ਦੁਨੀਆ ਨੂੰ ਠੱਗਣ ਵਾਲਾ ਵੇ। ਤੈਨੂੰ ਰੱਬ
महाराज छकना चाहता। महाराज कहते नाम की है जी? महाराज नाम सज्जन है। अगला काम नहीं दसिया मैं होर भी करना वो आप दसते नहीं होंगे किसी दूजे दियां हੱਥ ਵਿੱਚ अपनी ਕੱਛ ਵਿੱਚ बाणी कहते अपने अवगुण दस ते दूजे दे गुण, पर असीं दूजे दे अवगुण दसदे हां ते अपने अपने गुण दसदे हां ते लोकां दे अवगुण। कहता जी नाम मेरा सज्जन है, ये नहीं आख्या मैं ठग भी, कोई भी नहीं कहता होता। महाराज कहते नाम तो तेरा सज्जन है पर तेरे काम सज्जना वाले नहीं। तू लगदा तो वधिया चिट्टे कपड़े पाए ने, माला फड़ी है, चमकदा तो इस तरह जिवें कैं दा भांडा चमकदा हुंदा, पर 100 बारी भी मांज लो कैं दे भांडे नूं, हुण तां वैसे मांजण वाला काम बंद है क्योंकि पढ़े लिखे हो गए। साडी बजुर्ग मावां नूं पता है जिन्ना चिर बर्तन सुख मांज नहीं करते वो शुद्ध हो ही नहीं सकता। ये पढ़े लिखिया का आ गया ना काम, उस बैक्टीरिए मार ही नहीं सकता कदे भी जेड़े धो के भांडे रखे। साइंस ही साडे बजुर्गों को ये पढ़े लिखे ज्यादा नहीं, बेसमझ ज्यादा ने, ते साडे बजुर्ग पढ़े लिखे नहीं सी पर समझदार सी। ये पढ़े लिखिया का काम नहीं खुदकशियां करनिया। अज पढ़े लिखे जमाने च खुदकशियां हो रही हैं, तो बोर सोने पढ़े लिखिया का काम नहीं है, मूर्खों का काम है। तो साडियां मावां दे कदे तलाक होई नहीं सी। बजुर्ग बैठे ने, मावां भी बैठियां जाके, जिहदे गुरु ग्रंथ ਸਾਹਿਬ ਦੀ ਝੂਰੀ च आनंद कारज हो गए तो 2 बार अरदास हो गई, दुख आउणगे सुख आउणगे पर निभेगी हुण सिर दे नाल। पति नूं है पत है, अज पढ़े लिखे एक पासे कचहरी से पढ़ी खड़ी, एक पासे पढ़िया लिखा खड़ा, जाके देखो कचहरियां भरिया पईयां पढ़े लिखिया दियां, नहीं पढ़े लिखे बेसमझ लोग ज्यादा ने। साडियां मावां अनपढ़ी चंगियां सी, अपने पति की गल बाहर नहीं सी करदी, कहंदी मेरी इज्जत है, मेरा पति है। कहंदे किहड़ा पति? कल उत्थे कचहरी। ये पढ़िया लिखिया का जमाना नहीं है। इदू तो साडे बजुर्ग अनपढ़ी चंगे सी, उन्हां दी हर गल दे विच असर है, हर गल दे विच कोई गुण है। इन्हां पढ़े लिखिया के जीवन किसी गल दे जां प्लास्टिक के फुल नहीं पए गए, इन्हां विच ना कोमलता है ना एक सुगंधी है, देखण बड़े सोहने लगदे। अजकल जीवन इस तरह का बन गया, ना वड्डियां दा सत्कार, ना किसी के आखे लगना, ना किसी धार्मिक ग्रंथ की गल मननी, ना असीं पढ़े लिखे हुए हैं। चंगी गल है पढ़ना, पर पढ़ के हंकारी हो जाना, किसी वड्डे बजुर्ग का सत्कार नहीं आके नहीं लगना। फिर गुरु महाराज कहते हैं पढ़िया मूर्ख आखी है, जिस अंदर नब लोभ हंकारा। महाराज कहते कह दा भांडा 100 बारी मांज लिए ते फिर हथ फेरीए, हथ काला हो जाता। कह दे भांडे विचों कालक नहीं जाती। महाराज कहते चमकदा दा तेरा जीवन कह दे भांडे वर्गा, उजत कहा जिहड़ा तो किसी उस्ताद तो पढ़िया तो कहा ही पढ़ेगा, तो जिहड़े अपने कड़म चौधरी ने कहा पढ़ जाएंगे, इन्हों भी पता होंदा भी
ਉਹ ਮੈਕ ਤੋਂ ਡਰੀ ਜਾਂਦੇ, ਮੈਕ ਮੇਰੇ ਅੱਗੇ ਨਾ ਲਾ ਦੇਣਗੇ, ਤੇ ਮੈਂ ਕਿਹੜਾ ਪੜ ਗਿਆ। ਆਪਣੇ ਆਪ ਹੀ ਬਣੇ ਹੋਏ ਨਾ। ਪਾਠੀ ਤੇ ਕਹਿੰਦਾ ਵੀ ਮੇਰੇ ਅੱਗੇ ਰੱਖੋ, ਮੈਂ ਦੱਸਾਂ ਕਿ ਬਾਣੀ ਪ੍ਰੇਮ ਨਾਲ ਕਿਵੇਂ ਪੜ੍ਹੀ ਦੀ। ਚੰਗੀ ਗੱਲ ਹੈ ਬਾਣੀ ਪੜ੍ਹਨੀ, ਪਰ ਸਾਧ ਸੰਗਤ ਦੀ ਜੇ ਆਪਣੇ ਆਪ ਵਿਦਿਆ ਪੜ੍ਹੀ ਜਾਂਦੀ ਹੈ ਤਾਂ ਫਿਰ ਸਕੂਲਾਂ ਦੇ ਵਿੱਚ ਬੱਚੇ ਭੇਜਣ ਦੀ ਲੋੜ ਹੈ। ਮਾਂ BA ਪੜ੍ਹੀ ਹੋਈ, ਪਿਓ ਨੇ MA ਕੀਤੀ ਹੈ, ਤੇ ਬੱਚਾ ਪਹਿਲੀ 'ਚ ਸਕੂਲੇ ਪੜ੍ਹਨ ਜਾ ਰਿਹਾ, ਘਰੇ ਨਹੀਂ ਪੜ੍ਹ ਸਕਦਾ। ਕਿਉਂ ਨਹੀਂ ਪੜ੍ਹ ਸਕਦਾ? ਘਰੇ ਪੜ੍ਹੀ ਹੋਈ ਵਿਦਿਆ ਦਾ ਮੁੱਲ ਨਹੀਂ ਪੈਣਾ ਜਿੰਨਾ ਚਿਰ ਸਕੂਲ 'ਚ ਨਹੀਂ ਜਾਂਦਾ। ਜਿਹੜੇ ਬਾਣੀ ਪੜ੍ਹਦੇ ਨੇ ਚੰਗੇ ਨੇ, ਸਤਿਕਾਰਯੋਗ ਨੇ, ਪਰ ਜਿੰਨਾ ਚਿਰ ਕਿਸੇ ਤੋਂ ਪੜ੍ਹਦੇ ਨਹੀਂ ਸਾਧ ਸੰਗਤ ਜੀ ਨੂੰ ਪਤਾ ਹੀ ਨਹੀਂ ਲੱਗਣਾ ਬਾਣੀ ਪੜ੍ਹੀ ਦੀ ਕਿਵੇਂ ਹੈ। ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਸ਼ੁੱਧ ਪੜੋ ਗੁਰੂ ਕੀ। ਜ਼ਰੂਰੀ ਹੈ। ਉਜੜ ਕਹਿਆ ਝਲਕਣਾ ਘੋਟਮ ਕਾਲੜੀ ਮਸ, ਧੋਤਿਆਂ ਮੂਲ ਨਾ ਉਤਰੀ ਜੇ 100 ਧੋਵਾਂ ਦਿਸ। ਮਹਾਰਾਜ ਕਹਿੰਦੇ ਸੱਜਣਾ ਵਾਲੇ ਕੰਮ ਕਰਿਆ ਕਰੋ। ਸੱਜਣਾ ਨਾਮ ਹੀ ਸੱਜਣ ਰੱਖ ਛੱਡਿਆ। ਕਹਿੰਦਾ ਮਹਾਰਾਜ ਮੈਨੂੰ ਤਾਂ ਪਤਾ ਹੀ ਨਹੀਂ ਕੰਮ ਕਿਹੜੇ। ਮਹਾਰਾਜ ਕਹਿੰਦੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਵਿਸਨ। ਕੋਈ ਸੱਜਣਾ ਨਾ ਕੋਈ ਪੁੱਤਰ ਸੁਖ ਦੇ ਸਕਦਾ, ਨਾ ਧੀ ਸੁਖ ਦੇ ਸਕਦੀ ਹੈ, ਨਾ ਕੋਈ ਰਿਸ਼ਤੇਦਾਰ ਸੁਖ ਦੇ ਸਕਦਾ, ਨਾ ਧਨ ਸੁਖ ਦੇ ਸਕਦਾ। ਜੇ ਸੁਖ ਦੇ ਸਕਦੇ ਨੇ ਤਾਂ ਤੇਰੇ ਕੀਤੇ ਚੰਗੇ ਕਰਮ ਹੀ ਦੇ ਸਕਦੇ। ਤੂੰ ਆਪਣੇ ਚੰਗੇ ਕਰਮਾਂ ਨੂੰ ਸੱਜਣ ਬਣਾ ਲੈ, ਇੱਥੇ ਦਾ ਸੁਖ ਦੇਣਗੇ। ਅੱਗੇ ਜਦੋਂ ਤੇਰੇ ਤੋਂ ਸਾਖਤਾ ਮੰਗਿਆ ਜਾਣਾ ਉੱਥੇ ਤੇਰੇ ਨਾਲ ਖੜੇ ਹੋਣਗੇ। ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗ ਹੈ, ਤੂੰ ਗਾਹ ਤੇਰੀ ਗਾਹੀ ਭਰ ਦੇਣਗੇ। ਕਿਸੇ ਧੀ ਪੁੱਤਰ ਨੇ ਨਹੀਂ, ਕਿਸੇ ਸੰਬੰਧੀ ਨੇ ਨਹੀਂ। ਜਿਹੜੇ ਸੁਖ ਤੇਰੇ ਕੀਤੇ ਕਰਮਾਂ ਦੇ ਮਿਲ ਰਹੇ ਨੇ, ਮਹਾਰਾਜ ਕਹਿੰਦੇ ਫਿਰ ਮਾੜਿਆਂ ਨਾਲ ਦੁਸ਼ਮਣੀ ਪਾ ਲੈ, ਵੈਰ ਕਰ ਉਹਨਾਂ ਨਾਲ, ਨਸ਼ਿਆਂ ਨਾਲ, ਬੁਰਾਈਆਂ ਨਾਲ, ਤੇ ਮਿੱਤਰਤਾ ਪਾ ਫਿਰ ਚੰਗੇ ਕਰਮਾਂ ਨਾਲ ਸੱਜਣ ਬਣਾ ਲੈ ਉਹਨਾਂ ਨੂੰ। ਸੇਵਾ ਨੂੰ, ਸਿਮਰਨ ਨੂੰ, ਸਤਸੰਗ ਨੂੰ, ਭਜਨ ਪਾਠ ਨੂੰ, ਖਿਮਾ ਨੂੰ, ਧੀਰਜ, ਸ਼ਾਂਤੀ, ਪਿਆਰ ਭਾਵ ਨੇ ਚੰਗੇ ਗੁਣਾਂ ਨਾਲ ਦੋਹਾਂ ਲੋਕਾਂ ਤੇਰਾ ਸਤਿਕਾਰ ਹੋਣ ਲੱਗ ਜਾਏਗਾ। ਤੇ ਸਾਧ ਸੰਗਤ ਦੀ ਸੰਗਤ ਮਿਲੀ, ਸੱਜਣ ਬਣਾਤਾ ਉਹਨੂੰ ਮਹਾਰਾਜ। ਸੰਗਤ ਮਿਲੀ ਭਾਈ ਬਿਧੀ ਚੰਦ ਜੀ ਨੂੰ। ਭਾਈ ਅਦਲੀ ਪੰਜਵੇਂ ਪਾਤਸ਼ਾਹ ਮਾਰਦਾ ਸੀ, ਇਕਾਂਤ ਵਿੱਚ ਕੁਟੀਆ ਬਣਾਈ ਬੰਦਗੀ ਕਰਦੇ, ਤੇ ਭਾਈ ਬਿਧੀ ਚੰਦ ਜੀ ਨੇ ਡੰਗਰ ਖੋਲੇ। ਇਹ ਕੰਮ ਨੂੰ ਇਹ ਕਰਦੇ ਸੀ, ਬਾਬਾ ਨਾਨਕ ਸਿੰਘ ਜੀ ਇਹ ਕੰਮ ਕਰਦੇ ਹੁੰਦੇ ਸੀ। ਬਣਾ ਦਿੰਦੇ ਨੇ ਆਪਣੇ ਵਰਗਾ, ਜੇ ਕਿਤੇ ਸੰਗਤ ਮਿਲ ਜਾਏ ਮਿਲਿਆ ਹੋਇਆ। ਪਸ਼ੂ ਖੋਲ ਲਏ, ਸਾਰਾ ਪਿੰਡ ਮਗਰ ਲੱਗ ਗਿਆ। ਨੂੰ ਬਾਹਰ ਕਹਿੰਦੇ ਨੇ, ਬਾਹਰ ਲੱਗ ਗਈ ਮਗਰ ਛਵੀਆਂ, ਕੁਹਾੜੇ, ਗੰਡਾਸੇ, ਡਾਂਗਾ ਲੈ ਉਹ ਲਿਆ ਕੇ ਛੱਪੜ ਪਸ਼ੂ ਬਾੜ ਦਿੱਤੇ। ਭਾਈ ਅਦਲੀ ਬੁਲਾ ਕੇ ਬਹਿ ਗਏ, ਸੰਤ ਜੀ ਜਿਹੋ ਜਿਹਾ ਕੰਮ ਉਹ ਜੀ ਬੋਲੀ ਹੋ ਜਾਂਦੀ। ਇਹ ਸੰਤ ਜੀ ਮੈਨੂੰ ਬਚਾ ਦੇ, ਲੋਕ ਮਾਰਦੇ ਨੇ। ਕੀ ਗੱਲ? ਇਹਨਾਂ ਦੇ ਮੈਂ ਪਸ਼ੂ ਖੋਲ ਲਿਆ, ਛੱਡ ਦੇ ਤੇਰੇ ਕੰਮ। ਕਹਿੰਦੇ ਜੀ ਅੱਜ ਤੋਂ ਛੱਡਿਆ, ਅੱਜ ਤੋਂ ਨਹੀਂ ਕਰਨਾ। ਕਹਿੰਦੇ ਬਹਿ ਜਾ, ਆ ਮਾਲਾ ਪੜ, ਰੱਬ ਦੀ ਬੰਦਗੀ ਕਰ, ਵਾਹਿਗੁਰੂ ਵਾਹਿਗੁਰੂ। ਲੋਕਾਂ ਨੇ ਦੇਖਿਆ ਇੱਧਰ ਨੂੰ ਗਿਆ ਸੀ, ਕਿਸੇ ਮਹਾਤਮਾ ਦੀ ਕੁਟੀਆ ਤੱਕਿਆ, ਆ ਕੇ ਪੁੱਛਿਆ ਭਾਈ ਅਦਲੀ ਜੀ ਨੂੰ, ਇੱਥੇ ਚੋਰ ਆਇਆ ਸਾਡਾ। ਕਹਿੰਦੇ ਇੱਕ ਆ ਬੈਠਾ, ਇਹ ਤਾਂ ਨਹੀਂ। ਭਾਈ ਅਦਲੀ ਭਾਈ ਬਿਧੀ ਚੰਦ ਨੀਵੀਂ ਪਾਈ, ਨਾਲੇ ਮੈਨੂੰ ਬਿਠਾ ਲਿਆ ਕੋਲ, ਨਾਲੇ ਮਰਵਾਉਣ ਵਾਲਾ ਕੰਮ ਆ ਬੈਠਾ। ਇਸ ਤਰ੍ਹਾਂ ਹੀ ਬਾਬਾ ਨਾਨਕ ਸਿੰਘ ਆਏ, ਬਣਾ ਦਿੰਦੇ ਆ ਸਾਧ ਸੰਗਤ। ਉਹ ਕਹਿੰਦੇ ਜੀ ਇਹ ਤਾਂ ਰੱਬ ਦਾ ਨਾਮ ਜਪ ਰਹੇ ਨੇ, ਚੋਰਾਂ ਦਾ ਕੰਮ ਕੀ ਰੱਬ ਦਾ ਨਾਮ ਹੈ? ਤੁਹਾਡਾ ਲਿਆਏ ਕੀ ਨੇ? ਕਹਿੰਦੇ ਡੰਗਰ ਖੋਲ ਹੈ। ਇੰਨੀ ਕਮਾਈ ਭਾਈ ਅਦਲੀ ਜੀ ਦੀ
ਪਸ਼ੂ ਜਿਹੜੇ ਛੱਪੜ 'ਚ ਬੈਠੇ ਸੀ ਉਹਨਾਂ ਵੱਲ ਦੇਖਿਆ ਭਾਈ ਅਗਲੀ ਨੇ, ਅਦਲ ਬਦਲ ਕਰਤੇ ਸਾਰੇ। ਜਿਹੜੀਆਂ ਬੂਰੀਆਂ ਸੀ ਕਾਲੀਆਂ, ਜਿਹੜੀਆਂ ਕਾਲੀਆਂ ਸੀ 5 ਕਲਿਆਣੀਆਂ, ਕੁੱਲੀ ਬਣਾ ਦੀ ਕੋਈ। ਸੋ ਸਾਧ ਸੰਗਤ ਜੀ, ਬਾਣੀ ਤੇ ਮਹਾਰਾਜ ਜੀ ਬਚਨ ਕਰਦੇ ਹੈ ਕਿ ਭੈਂਸਾਂ ਤਾਂ ਆਪਣੇ ਸਾਰੇ ਘਰਾਂ 'ਚ ਰੱਖੀਆਂ ਆਪਾਂ, ਮੱਝਾਂ ਕਹਿ ਲਓ, ਭੈਂਸਾਂ ਕਹਿ ਲਓ, ਤੇ ਆਪਾਂ ਚੰਗੇ ਚੰਗੇ ਡੰਗਰ ਰੱਖਦੇ ਹਾਂ ਸ਼ੌਂਕ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਭਾਵੇਂ 1 ਪਾਈਆ ਦੁੱਧ ਦਵੇ ਮੱਝ, ਪਰ ਉਹਦੇ ਸਿੰਘ ਛੋਟੇ ਜਿਹੇ ਹੋਣ, ਹੁੰਦੇ ਹੋਣ, ਉਹ ਵੱਡੀ ਸੋਹਣੀ ਲੱਗੀ। ਮੈਸ ਸਿੰਘਾ ਕਰਕੇ ਸੋਹਣੀ ਲੱਗੀ। ਭੈਸਰ ਮੱਤ ਹੈ ਸੀਂਗ ਗੋ। ਵੇਲੋ ਮਹਾਰਾਜ ਹਰ ਇੱਕ ਵਚਨ ਪੂਰੇ ਗੁਰੂ ਦਾ ਇਹ ਨਿਸ਼ਾਨੀ ਹੈ। ਕੋਈ ਵਚਨ ਪੁੱਛ ਲਓ ਮਹਾਰਾਜ, ਮੱਝ ਸੋਹਣੀ ਕਿਹੜੀ ਗੱਲੋਂ ਲੱਗਦੀ ਹੈ? ਉਹਦੇ ਸਿੰਘ ਛੋਟੇ ਛੋਟੇ ਹੋਣ, ਖੁੱਲੇ। ਸਾਧ ਸੰਗੀ ਸਾਰੇ ਅਦਲ ਬਦਲ ਕਰਦੀਆਂ। ਕਹਿੰਦੇ ਤੁਹਾਡੇ ਡੰਗਰ ਹੋ ਕੇ ਮੇਰਾ ਨਹੀਂ, ਤੇ ਉਹ ਕਹਿੰਦੇ ਤੁਹਾਡੇ ਡੰਗਰ ਹੀ ਨਹੀਂ ਕੋਈ, ਤੇ ਚੋਰ ਕਿੱਥੋਂ ਆਇਆ? ਬਸ ਮੁੜ ਕੇ ਥੋੜੀ ਦੂਰ ਗਏ, ਭਾਈ ਅਸਲੀ ਕਹਿੰਦਾ ਲੈ ਜਾਓ, ਤੁਹਾਡੀ ਨੇ। ਜਦੋਂ ਪਿੰਡ ਦੀ ਜੂਝ ਜਾਣਗੇ ਉਸ ਤਰ੍ਹਾਂ ਦੇ ਹੋ ਜਾਣਗੇ। ਕਹਿੰਦੇ ਜੀ ਕਰਾਮਾਤ ਹੀ ਕੋਈ ਨਹੀਂ ਹੈ। ਜਦੋਂ ਪੱਲੇ ਹੈ ਹੀ ਕੱਖ ਨਹੀਂ, ਫਿਰ ਆਪਾਂ ਤਾਂ ਇਹੀ ਗੱਲਾਂ ਕਹਿਣੀਆਂ। ਪਰ ਤੱਕ ਕਰਾਮਾਤਾਂ ਰੱਬ ਦੇ ਜੀਵ ਪਿਆਰਿਆਂ ਦੇ ਜੀਵਨ ਬਖਸ਼ੀਆਂ ਦੇਖੀਆਂ, ਤਾਂ ਐਵੇਂ ਨਹੀਂ ਕਿਹਾ ਜਾਂਦਾ। ਸਾਧ ਜਦੋਂ ਪੱਲੇ ਕੱਖ ਨਹੀਂ, ਈਰਖਾ ਦੇ ਨਾਲ ਭਰੇ ਹੋਏ ਮਨ, ਤਾਂ ਕਹਿਣਗੇ ਕਰਾਮਾਤ ਹੁੰਦੀ ਜੋ ਸੱਚੇ ਜਿਨ੍ਹਾਂ ਕੋਲ ਨਹੀਂ। ਪਰਬ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਜਿਹੜਾ ਸਿਮਰਨ ਕਰੇਗਾ ਉਹਨਾਂ ਤੇ ਗੱਲਾਂ ਘਟਣਗੀਆਂ, ਘਟਦੀਆਂ ਦੇਖੀਆਂ, ਤਾਂ ਅਸੀਂ ਮਾਤ ਦੀ ਦੂਰੀ 'ਚ ਕਹਿੰਦੇ ਹਾਂ। ਸਾਧ ਸੰਗਤ ਇੱਕ ਪਸ਼ੂਆਂ ਵਿੱਚ ਹੋਰ ਵੀ ਗੁਣ ਹੈ। ਚਲੋ ਹੁਣ ਤਾਂ ਚਾਰਨੇ ਬੰਦ ਜੀ ਹੋ ਗਏ। ਸ਼ੇਰੂ ਪਸ਼ੂ ਚਾਰਦਾ ਲੈ ਗਿਆ, ਪਰੇ ਦੂਰ ਮੈਣ ਵੱਲ ਲੈ ਗਿਆ, ਉੱਥੇ ਛੱਡ ਦਿੱਤੇ। ਪਸ਼ੂ ਆਪਣੇ ਮਾਲਕ ਦੇ ਘਰ ਚਲਾ ਜਾਂਦਾ, ਕਿਸੇ ਘਰ ਨਹੀਂ ਜਾਂਦਾ। ਇੱਕ ਅਸੀਂ ਜਿਹੜੇ ਆਪਣੇ ਮਾਲਕ ਦਾ ਘਰ ਛੱਡ ਕੇ ਹੋਰ ਘਰਾਂ 'ਚ ਫਿਰੀ ਜਾਂਦੇ। ਕੋਈ ਧਾਗੇ ਵਾਲਾ ਨਹੀਂ ਛੱਡਦੇ, ਕੋਈ ਫੂਕ ਵਾਲਾ ਨਹੀਂ ਛੱਡਦੇ, ਕੋਈ ਮੰਤਰ ਵਾਲਾ ਨਹੀਂ ਛੱਡਦੇ। ਕੋਈ ਮਾੜਾ ਜਿਹਾ ਕਹਿ ਦੇ ਸੀ ਉਹਦੇ ਸਿਰ ਪੀੜ ਹਟਦਾ ਹੈ। ਫਿਰ ਸਾਡੇ ਨਾਲ ਉਹਦਾ ਡੰਗਰ ਹੀ ਚੰਗੇ ਆ, ਉਹ ਆਪਣੇ ਮਾਲਕ ਦੇ ਘਰ ਜਾਂਦੇ। ਜੇ ਆਪਾਂ ਆਪਣੇ ਮਾਲਕ ਦੇ ਬੂਹੇ ਅੱਗੇ ਬੈਠੇ ਰਹਾਂਗੇ, ਮਾਲਕ ਆਪੀ ਸਾਰ ਲਏਗਾ ਆਪਣੀ। ਪਰ ਲੈਂਦਾ ਉਹਨਾਂ ਦਾ ਹੀ ਹੈ ਜਿਹੜੇ ਆਪਣੇ ਮਾਲਕ ਦੇ ਬੂਹੇ ਅੱਗੇ ਬੈਠੇ ਰਹਿੰਦੇ ਨੇ, ਮਾਲਕ ਦਾ ਦਰ ਨਹੀਂ ਛੱਡਦੇ। ਉਹ ਜਿਹੜੇ ਦਰ ਦਰ ਤੇ ਫਿਰ ਲੱਗ ਜਾਂਦੇ ਨੇ, ਕਿਸੇ ਦਰ ਜੋਗੇ ਨਹੀਂ ਰਹਿੰਦੇ। ਫਿਰ ਅਸੀਂ ਦੇਖਿਆ ਝੋਲੇ ਚੱਕੀ ਫਿਰੀ ਬੜੇ, ਪਰ ਉਹ ਰਹਿੰਦੇ ਕਿਸੇ ਥਾਂ ਜੋਗੇ ਨਹੀਂ। ਧੋਬੀ ਦੇ ਕੁੱਤੇ ਵਾਲੇ ਕੰਮ ਬਣਿਆ ਜਾਂਦਾ। ਧੋਬੀ ਕੱਪੜੇ ਧੋਂਦਾ ਘਾਟ ਤੇ, ਤੇ ਉਹਦਾ ਕੁੱਤਾ ਕਿ ਧੋਬੀ ਵੱਲ ਭੱਜਿਆ ਜਾਂਦਾ, ਕਦੇ ਘਰ ਨੂੰ ਭੱਜਿਆ ਜਾਂਦਾ। ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਸਾਡੀ ਹਾਲਤ ਤੇ ਬਣੀ ਹੋਈ ਹੈ, ਨਾ ਅਸੀਂ ਗੁਰੂ ਦੇ ਤੇ ਨਾ ਕਿਸੇ ਸੰਗਤ ਦੇ ਬਣੇ। ਜਿੱਧਰ ਕਿਸੇ ਨੇ ਕਿਹਾ ਉਧਰੇ ਤੁਰੇ ਰਹਿੰਦੇ ਆ। ਸੋ ਸਾਧ ਸੰਗਤ ਜੀ, ਭਾਈ ਅਗਲੀ ਲੈ ਕੇ ਆਇਆ ਭਾਈ ਬਿਧੀ ਚੰਦ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਸਿੱਖੀ ਧਾਰਨ ਕੀਤੀ। ਫਿਰ ਖੁਸ਼ੀਆਂ ਲਈਆਂ 6ਵੇਂ ਪਾਤਸ਼ਾਹ ਮਹਾਰਾਜ ਤੋਂ ਸੇਵਾ ਕਰਕੇ। ਤੇ ਫਿਰ ਜਿਹੜਾ ਬਾਣੀ ਦਾ ਵਚਨ ਹੈ, ਹਰ ਜਨ ਤੋਂ ਹੀ ਏਕ ਹੈ। ਖੁਸ਼ ਹੋ ਕੇ ਛਾਤੀ ਨਾਲ ਲਾ ਕੇ ਆਖਿਆ, ਭਾਈ ਬਿਧੀ ਚੰਦ ਛੀਨਾ ਗੁਰੂ का सीना। भाई बिधि चंद मेरा दिल है, अपना रूप बना दे। साध संगत जी, जिन्हें साडे दर्शन करने भाई बिधि चंद जी के कर गुरु कर दिता है कि बाबा करपाल सिंह जी महाराज, बाबा अतर सिंह महाराज की संगत करके वो अतर की महक सी जी उन्होंने अंदर उन्होंने रूप नहीं। पूरे नेत्र नहीं सिखोदे बाबा करपाल सिंह जी महाराज
ਇੰਨੀ ਨਾਮ ਦੀ ਮਸਤੀ ਹਰ ਵੇਲੇ ਚੜੀ ਰਹਿੰਦੀ। ਜਿੱਧਰ ਕਿਤੇ ਪੂਰੇ ਨੇਤਰ ਖੋਲ ਕੇ ਦੇਖ ਲੈਂਦੇ, ਨਾਨਕ ਨਦਰੀ ਨਦਰ ਨਿਹਾਲ। ਤੇ ਬਾਬਾ ਨਾਰ ਸਿੰਘ ਜੀ ਨੂੰ ਸੰਗਤ ਮਿਲੀ, ਬਾਬਾ ਕਿਰਪਾਲ ਸਿੰਘ ਜੀ ਦੀ, ਸਾਧ ਸੰਗਤ ਜੀ ਉਹਨਾਂ ਦੀ ਸੰਗਤ ਕਰਕੇ, ਵਚਨ ਮੰਨ ਕੇ, ਸੇਵਾ ਕਰਕੇ, ਕੋਈ ਪੁੱਠੇ ਲੰਮ ਕੇ ਤਪ ਨਹੀਂ ਕੀਤਾ ਉਹਨਾਂ ਨੇ, ਕੋਈ ਮੰਤਰ ਜੰਤਰ ਨਹੀਂ ਜਪੇ, ਜੰਗਲਾਂ ਪਹਾੜਾਂ ਦੀ ਅੰਦਰਾਂ 'ਚ ਨਹੀਂ ਗਏ। ਕਿਸੇ ਦਾ ਵਚਨ ਮੰਨ ਕੇ ਜਿਨ ਹਰ ਜਪਿਆ ਸੇ ਹਰ ਹੋਏ। ਸੋ ਸਾਧ ਸੰਗਤ ਜੀ, ਵਚਨ ਮੰਨਣਾ ਹੀ ਸਭ ਤੋਂ ਵੱਡੀ ਤਪੱਸਿਆ ਹੈ, ਕਿਉਂਕਿ ਮਨ ਮਰਜ਼ੀ ਕਿਹਦਾ ਨਹੀਂ ਕਰਨਾ ਚਾਹੁੰਦਾ, ਪਰ ਉਹਨੂੰ ਹੁਕਮ ਦੁਆਰਾ ਮੋੜਨਾ। ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋਈ। ਤੇ ਸਤਿਪੁਰਸ਼ ਨੂੰ ਆਪਣੇ ਵਰਗੇ ਬਣਾ ਲੈਂਦੇ ਆ। ਸੋ ਉਹਨਾਂ ਦੀ ਯਾਦ ਵਿੱਚ ਜੁੜੇ ਆ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਰੱਬ ਦੀ ਯਾਦ ਵਿੱਚ ਗੁਜ਼ਾਰੀ। ਇਸ ਇਲਾਕੇ ਦੇ ਬੜੇ ਧਨਾੜ, ਬੜੇ ਲੈਣ ਲਾੜ, ਕਿਹਦੀਆਂ ਯਾਦਾਂ ਮਨਾਈਆਂ ਜਾਂਦੀਆਂ, ਜਿਨ੍ਹਾਂ ਨੇ ਪਰਮਾਤਮਾ ਨੂੰ ਯਾਦ ਰੱਖਿਆ। ਜਿੰਨਾ ਚਿਰ ਸੰਸਾਰ ਰਹੇਗਾ, ਬਾਬਾ ਕਿਰਪਾਲ ਸਿੰਘ ਮਹਾਰਾਜ ਦੀਆਂ, ਬਾਬਾ ਨਾਰ ਸਿੰਘ ਮਹਾਰਾਜ ਦੀਆਂ, ਬਾਬਾ ਗੁਰਦੇਵ ਸਿੰਘ ਮਹਾਰਾਜ ਵਰਗਿਆਂ ਦੀਆਂ ਯਾਦਾਂ ਮਨਾਉਂਦੇ ਰਹਾਂਗੇ, ਕਿਉਂਕਿ ਸਾਨੂੰ ਉਹਨਾਂ ਦੀ ਯਾਦ ਵਿੱਚ ਰੱਬ ਚੇਤੇ ਆਉਂਦਾ। ਸੋ ਆਓ, ਬਾਬਾ ਜੰਗ ਸਿੰਘ ਜੀ, ਬਾਬਾ ਹਰੀ ਸਿੰਘ ਜੀ, ਇਹ ਹਰ ਇੱਕ ਸਾਲ ਉਦਮ ਉਪਰਾਲਾ ਕਰਨਾ ਸੇਵਕਾਂ ਦਾ ਫਰਜ਼ ਹੁੰਦਾ ਹੈ। ਸੋ ਯਾਦਾਂ ਵਡੇਰਿਆਂ ਦੀਆਂ, ਪੁਰਖਿਆਂ ਦੀਆਂ ਮਨਾਉਣੀਆਂ ਫਰਜ਼ ਬਣਦਾ ਸਿੱਖਾਂ ਸੇਵਕਾਂ ਦਾ। ਸੋ ਮਹਾਂਪੁਰਸ਼ ਲਾਹੌਰਾ ਸਾਹਿਬ ਵਾਲੇ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਤੇ ਬਾਬਾ ਗੁਰਦੀਪ ਸਿੰਘ ਜੀ, ਇਹਨਾਂ ਦਾ ਆਪਸ ਬੜਾ ਦਿਲੀ ਪਿਆਰ ਸੀ, ਬੜੀ ਸਾਂਝ ਸੀ। ਤੇ ਲਾਹੌਰਾ ਸਾਹਿਬ ਵਾਲੇ ਮਹਾਂਪੁਰਸ਼ ਭਾਂਡਰੀ ਵਾਲੇ ਜਥੇ ਨੂੰ ਆਪਣਾ ਜਥਾ ਹੀ ਕਹਿੰਦੇ ਨੇ, ਕਹਿੰਦੇ ਆਪਣੀ ਜਥਾ ਹੈ। ਲੋੜ ਵੇਲੇ ਨੂੰ ਪਹਿਲੇ ਹੀ ਚਲੇ ਜਾਂਦੇ ਹੁੰਦੇ, ਇਸ ਕਰਕੇ ਆਪਣੀ ਸਥਾਨ ਹੈ। ਸੋ ਆਪਾਂ ਸਾਰਿਆਂ ਨੇ ਕੁਛ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ, ਭਾਵੇਂ ਬਾਬਾ ਜੀ ਕਹਿੰਦੇ ਤੁਹਾਡੀ ਮਰਜ਼ੀ ਹੈ, ਜਦੋਂ ਮਰਜ਼ੀ ਸਮਾਪਤੀ ਕਰ ਦਿਓ, ਪਰ ਸੰਗਤ ਦਾ ਪ੍ਰੇਮ ਟਿਕਾ ਹੋਣ ਕਰਕੇ ਆਪਾਂ ਸਾਰਿਆਂ ਨੇ ਕੁਛ ਸਮਾਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਲਾਏ ਪ੍ਰਾਪਤ ਕੀਤੇ ਹੈ। ਸੋ ਯਾਦ ਮਨਾਉਣੀ, ਬਰਸੀਆਂ ਮਨਾਉਣ ਦਾ ਮਤਲਬ ਇਹ ਹੈ ਕਿ ਜੋ ਆਪਾਂ ਨੂੰ ਉਹਨਾਂ ਨੇ ਵਚਨ ਕੀਤਾ ਹੈ, ਉਪਦੇਸ਼ ਕੀਤਾ ਹੈ, ਉਹਨੂੰ ਕਮਾਈਏ। ਪ੍ਰਸ਼ਾਦਾ ਪਾਣੀ ਤਾਂ ਆਪਾਂ ਘਰੇ ਵੀ ਛਕਦੇ ਹਾਂ ਰੋਜ਼, ਜੋ ਇਹ ਲੰਗਰ ਤਾਂ ਗੁਰੂ ਦੀ ਸੰਗਤ ਵਾਸਤੇ ਤਿਆਰ ਕਰਨੇ ਪੈਂਦੇ ਆ। ਸੰਗਤ ਹੀ ਲਿਆਉਂਦੀ ਹੈ, ਪਕਾਉਂਦੀ ਵੀ ਸੰਗਤ ਹੈ, ਵਰਤਾਉਂਦੀ ਵੀ ਸੰਗਤ। ਪਰ ਜਿਹੜਾ ਯਾਦ ਬਣਾਉਣੀ ਹੈ ਕਿ ਜੋ ਆਪਾਂ ਨੂੰ ਉਹਨਾਂ ਨੇ ਜ਼ਿੰਦਗੀ ਭਰ ਕਮਾਈ ਕਰਕੇ ਫਿਰ ਵਚਨ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਤੇ ਗੁਰੂ ਵਾਲੇ ਬਣ ਕੇ ਫਿਰ ਗੁਰੂ ਦੇ ਉਪਦੇਸ਼ ਦੀ ਕਮਾਈ ਕਰੋ, ਫਿਰ ਆਪਣੀ ਯਾਦਾਂ ਬਣਾਈਆਂ ਸਕਦੀਆਂ ਨੇ। ਸੋ ਗੁਰੂ ਕਿਰਪਾ ਕਰੇ ਆਪਾਂ ਗੁਰੂ ਦੇ ਦੱਸੇ ਉਪਦੇਸ਼ ਦੀ ਚੱਲ ਕੇ ਆਪਣਾ ਜਨਮ ਸਫਲਾ ਕਰ ਸਕੀਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ, ਫੁੱਲਾਂ ਦੀ ਖੇਮਾ ਅਨੰਦ ਦਾ ਪਾਠ, ਅਰਦਾਸ, ਹੁਕਮਨਾਮਾ ਸਾਹਿਬ ਸਰਵਣ ਕਰਕੇ ਇਹ ਜਿਹੜਾ ਪ੍ਰੋਗਰਾਮ ਸੋ ਮਹਾਂਪੁਰਸ਼ ਆਪ ਨੂੰ ਬੇਨਤੀ ਕਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਉਹਨਾਂ ਦੀਆਂ। ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ।
ਖਾਤਰ ਕਰਕੇ ਗੁਰਬਾਣੀ ਸ਼ੁੱਧ ਪੜ੍ਹਦੇ, ਕਥਾ ਕੀਰਤਨ ਵਿਚਾਰਾਂ ਕਰਦੇ, ਬਲ ਤੇ ਗਿਆਨ ਬਖਸ਼ਣੇ, ਪੜ੍ਹੀ ਹੋਈ ਗੁਰਬਾਣੀ ਦਾ ਉੱਚਾ ਸੁੱਚਾ ਭਾਵ, ਇਹਨਾਂ ਹੋਈਆਂ ਵਿਚਾਰਾਂ ਦਾ ਸਿਧਾਂਤ ਸਾਡੇ ਕਲਯੁਗ ਜੀਵਾਂ ਦੇ ਹਿਰਦਿਆਂ ਤੇ ਵਸਾਉਣਾ। ਪਾਤਸ਼ਾਹ ਜੀ ਮਾੜੇ ਚੰਗੇ ਆਪ ਦੇ ਮੇਰਾਂ ਦੇ ਹੱਥ ਰੱਖ ਕੇ ਪਾਤਸ਼ਾਹ ਜੀ ਇਸੇ ਤਰ੍ਹਾਂ ਆਪ ਜੀ ਦੇ ਸਤਿਪੁਰਸ਼ਾਂ ਦੀਆਂ ਯਾਦਾਂ, ਆਪ ਜੀ ਦੇ ਦਿਹਾੜੇ ਮਨਾਉਣ ਦੇ, ਬਾਦਤ ਤੇ ਗਿਆਨ ਬਖਸ਼ਣੇ। ਪਾਤਸ਼ਾਹ ਦੱਸੇ ਹੋਏ ਮਾਰਗ ਤੇ ਚੱਲਣ ਦੇ ਬਲ ਬਖਸ਼ਿਓ। ਪਾਤਸ਼ਾਹ ਜੀ ਸਮੂਹ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨੀ, ਬਿਲਕੁਲ ਭੇਟਾਂ ਅੰਗੀਕਾਰ ਕਰਨੀਆਂ, ਸਭ ਦੇ ਰੂਪਤਾ ਤੰਦਰੁਸਤੀਆਂ ਬਖਸ਼ਣੀਆਂ, ਪਾਵਨ ਸਥਾਨਾਂ ਵਿੱਚ ਚੜ੍ਹਦੀ ਕਲਾ ਰੱਖਣੀ। ਪਾਤਸ਼ਾਹ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ। ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਪਾਤਸ਼ਾਹ ਜੀ ਪਵਿੱਤਰ ਦੇਗ ਹਾਜ਼ਰ ਹੈ, ਕਰੀ ਬਾਕਸਰ ਸੋਚ ਪਵਿੱਤਰਾ ਲਾਭੋ ਭੋਗ ਹੱਥ ਆਏ। ਜੀ ਲੱਗਿਆ ਭੋਗ ਸੰਗਤ ਵਿੱਚ ਵਾਪਦੇ, ਜੋ ਜੀ ਚੰਗੇ ਸੋ ਆਪ ਜੀ ਦਾ ਪਵਿੱਤਰ ਨਾਮ ਜਪੇ। ਸਮੂਹ ਸੰਗਤਾਂ ਨੂੰ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਨੇ, ਦਰੋਂ ਖੁਸ਼ੀਆਂ ਬਖਸ਼ਣੇ। ਧੰਨ ਸ੍ਰੀ ਗੁਰੂ ਨਾਨਕ ਨਾਮ।